हाँ जी विद्यार्थियों, सत श्री अकाल सारिਆਂ ਨੂੰ। ਲੈਕਚਰਰ सिमरनजीत सिंह जी की जमात ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ है जी। ਅੱਜ ਆਪਾਂ जमात 12ਵੀਂ ਦਾ ਜਿਹੜਾ ਆਪਾਂ ਕਵਿਤਾ ਬਾਰੇ ਪੜ੍ਹ ਰਹੇ ਸੀ, ਉਹਨਾਂ ਕਵਿਤਾਵਾਂ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਡਾਕਟਰ ਭਾਈ ਵੀਰ ਸਿੰਘ ਪੜ੍ਹਿਆ ਸੀ, ਫਿਰ ਆਪਾਂ ਪ੍ਰੋਫੈਸਰ ਪੂਰਨ ਸਿੰਘ ਜੀ ਪੜ੍ਹੇ ਸੀ, ਤੇ ਹੁਣ ਆਪਾਂ ਧਨੀ ਰਾਮ ਚਾਤਰਿਕ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾਂ ਉਹਨਾਂ ਦੇ ਬਾਰੇ ਜਿਹੜੀਆਂ ਮੇਨ ਮੁੱਖ ਗੱਲਾਂ, ਜੀਵਨ ਪਰਿਚੈ ਬਾਰੇ ਆਪਾਂ ਕੋਈ ਗੱਲਾਂ ਕਰਦੇ ਹਾਂ। ਉਸ ਤੋਂ ਉਪਰੰਤ ਦੋ ਕਵਿਤਾਵਾਂ ਦਿੱਤੀਆਂ ਹੋਈਆਂ, ਇੱਕ ਗਰੀਬ ਕਿਸਾਨ ਅਤੇ ਇੱਕ ਇਨਸਾਨ ਸਥਾਨ, ਉਹਨਾਂ ਬਾਰੇ ਆਪਾਂ ਪੜ੍ਹਾਂਗੇ। ਸੋ ਅੱਜ ਦਾ ਜਿਹੜਾ ਪਾਠ ਹੈ ਉਹਦਾ ਨਾਮ ਹੈਗਾ ਜੀ ਧਨੀ ਰਾਮ ਚਾਤਰਿਕ। ਤੀਜੀ ਕਵਿਤਾ ਹੈ, ਤੀਸਰੇ ਨੰਬਰ 'ਤੇ ਪਾਠ ਹੈ ਜਿਹੜਾ ਹੈ ਕਵਿਤਾ ਦੇ ਵਿੱਚ। ਧਨੀ ਰਾਮ ਚਾਤਰਿਕ ਦਾ ਜਨਮ ਹੈ ਜਿਹੜਾ ਉਹ ਹੁੰਦਾ ਹੈ 4 ਅਕਤੂਬਰ 1876 ਨੂੰ ਪਿੰਡ ਪੱਸੀਆਂ, ਜ਼ਿਲ੍ਹਾ ਸਿਆਲਕੋਟ। ਇਹ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਰਹਿ ਗਿਆ ਇਹ ਏਰੀਆ। ਇਹ ਲਾਲਾ ਧਨੀ ਰਾਮ ਚਾਤਰਿਕ ਦਾ ਜਿਹੜਾ ਜਨਮ ਹੈ ਇਹ 4 ਅਕਤੂਬਰ 1876 ਈਸਵੀ ਨੂੰ ਹੁੰਦਾ ਹੈ। ਉਸ ਤੋਂ ਉਪਰੰਤ ਜਿਹੜੀ ਮ੍ਰਿਤੂ ਹੁੰਦੀ ਹੈ ਉਹ ਮੈਂ ਨਾਲ ਹੀ ਲਿਖ ਦਿੱਤੀ ਹੈ, 18 ਦਸੰਬਰ 1954 ਨੂੰ ਧਨੀ ਰਾਮ ਚਾਤਰਿਕ ਜੀ ਦੀ ਮ੍ਰਿਤੂ ਹੁੰਦੀ ਹੈ। ਉਸ ਤੋਂ ਉਪਰੰਤ ਦੇਖੋ ਜੀ, ਹੁਣ ਕਵਿਤਾ ਦੀ ਇੱਕ ਥੋੜ੍ਹੀ ਜਿਹੀ ਗੱਲ ਲਿਖੀ ਹੋਈ ਹੈ ਤੁਹਾਡੀ ਕਿਤਾਬ ਦੇ ਵਿੱਚ, ਜਿਹੜੀ 12ਵੀਂ ਵਾਲੀ ਕਿਤਾਬ ਹੈ ਨਾ, ਇਹਦੇ ਵਿੱਚ ਲਿਖੀ ਹੋਈ ਗੱਲ ਹੈ ਇੱਕ ਕਿ ਪੰਜਾਬੀ ਸੱਭਿਆਚਾਰ ਸੰਬੰਧੀ ਕਵਿਤਾਵਾਂ ਧਨੀ ਰਾਮ ਚਾਤਰਿਕ ਨੇ ਲਿਖੀਆਂ ਨੇ। ਕਿਰਸਾਣੀ ਦੇ ਨਾਲ ਸੰਬੰਧੀ, ਬੋਲੀ ਦੇ ਨਾਲ ਸੰਬੰਧਿਤ, ਪੰਜਾਬ ਦੇ ਲੋਕਾਂ ਦੇ ਕੰਮਕਾਰ ਸੰਬੰਧੀ, ਇਹ ਜਿਹੜੀਆਂ ਗੱਲਾਂ ਨੇ ਇਹ ਧਨੀ ਰਾਮ ਚਾਤਰਿਕ ਨੇ ਜਿਹੜੇ ਸੱਭਿਆਚਾਰ ਸੰਬੰਧੀ ਮੁੱਦੇ ਨੇ ਉਹ ਆਪਣੀਆਂ ਕਵਿਤਾਵਾਂ ਦੇ ਵਿੱਚ ਉਠਾਏ ਨੇ। ਕਵਿਤਾ ਵਿੱਚ ਲੋਕ ਕਾਵਿ ਅਤੇ ਸੂਫੀ ਕਵਿਤਾ ਦਾ ਪ੍ਰਭਾਵ ਹੈ। ਧਨੀ ਰਾਮ ਚਾਤਰਿਕ ਦੀਆਂ ਕਵਿਤਾਵਾਂ ਦੇ ਉੱਪਰ ਕਹਿੰਦੇ ਆ ਵੀ ਲੋਕ ਕਵਿਤਾ ਦਾ, ਲੋਕ ਕਾਵਿ ਹੈ ਜਿਹੜੇ, ਉਹਨਾਂ ਦਾ ਪ੍ਰਭਾਵ ਹੈ। ਫਿਰ ਸੂਫੀ ਕਵਿਤਾ ਦਾ ਵੀ ਪ੍ਰਭਾਵ ਹੈ। ਸੂਫੀ ਕਵਿਤਾ ਦੇ ਰੂਪ ਵਿੱਚ ਤਾਂ ਧਨੀ ਰਾਮ ਚਾਤਰਿਕ ਨੇ ਇੱਕ ਕਾਵਿ ਸੰਗ੍ਰਹਿ ਦੀ ਰਚਨਾ ਵੀ ਕੀਤੀ ਹੈ ਜਿਹਦਾ ਨਾਮ ਵੀ ਹੈਗਾ ਸੂਫੀ ਖਾਨਾ। ਆਹ ਦੇਖੋ ਲਿਖਿਆ ਹੋਇਆ ਸੂਫੀ ਖਾਨਾ। ਸੂਫੀ ਕਵਿਤਾ ਜਿਹੜੇ ਮਤਲਬ ਕੀ ਹੈ ਵੀ ਮਤਲਬ ਇਹ ਇੱਕ ਧਾਰਮਿਕ ਸਾਹਿਤ ਦੇ ਵਿੱਚ ਆ ਜਾਂਦਾ ਹੈ। ਸੂਫੀ ਕਵਿਤਾ ਜਿਹੜੇ ਮੁਸਲਮਾਨ ਮਤਲਬ ਜਿਹੜੇ ਕਵੀ ਸਨ, ਜਿਹੜੇ ਏਕੇਸ਼ਵਰਵਾਦ, ਰੱਬ ਦੇ ਇੱਕੋ ਇੱਕ ਹੋਂਦ ਨੂੰ ਸਵੀਕਾਰ ਕਰਨ ਵਾਲੇ ਸਨ, ਉਹ ਜਦੋਂ ਪਰਮਾਤਮਾ ਦੀ ਭਗਤੀ ਕਰਦੇ ਸਨ, ਲੋਕਾਂ ਨਾਲ ਜੁੜਨ ਵਾਸਤੇ ਉਹਨਾਂ ਨੇ ਜਿਹੜੀ ਚੀਜ਼ ਦੀ ਰਚਨਾ ਕੀਤੀ, ਜਿਹੜੀ ਕਵਿਤਾ ਦੀ ਰਚਨਾ ਕੀਤੀ, ਆਪਾਂ ਉਹਨੂੰ ਕਹਿ ਦਿੰਦੇ ਹਾਂ ਜੀ ਸੂਫੀ ਕਵਿਤਾ। ਸੂਫੀ ਕਵੀ ਜਿਹੜੇ ਪੰਜਾਬੀ ਸੱਭਿਆਚਾਰ ਸੰਬੰਧੀ ਕਵਿਤਾਵਾਂ ਲਿਖਣ ਵਾਲਾ ਜਿਹੜਾ ਕਵੀ ਆ ਉਹ ਕਹਿਣ ਹੈਗਾ ਜੀ ਧਨੀ ਰਾਮ ਚਾਤਰਿਕ। ਹੁਣ ਦੇਖੋ ਜੀ, ਬਚਪਨ ਦੇ ਵਿੱਚ ਮਤਲਬ ਕੀ ਆ ਲਿਖਿਆ ਹੋਇਆ ਹੈ ਕਿ ਮਾਇਕ ਔਂਕੜਾਂ ਕਾਰਨ, ਮਤਲਬ ਕੀ ਆ ਵੀ ਹੁਣ ਗਰੀਬੀ ਆ। ਮਾਇਕ ਔਂਕੜਾਂ ਮਤਲਬ ਹੁੰਦੀਆਂ ਮਾਇਆ ਸੰਬੰਧੀ, ਪੈਸੇ ਸੰਬੰਧੀ ਸਮੱਸਿਆਵਾਂ। ਗਰੀਬੀ ਬੜੀ ਸੀ ਜੀ ਇਸ ਬੰਦੇ ਉੱਪਰ, ਤਾਂ ਇਹਨਾਂ ਨੇ ਕੀ ਕੀਤਾ, ਸ਼ੁਰੂ ਦੇ ਵਿੱਚ ਵਸੀਕਾ ਨਵੀਸ ਦਾ ਕੰਮ ਸ਼ੁਰੂ ਕਰ ਲਿਆ। ਆਪਾਂ ਕਚਹਿਰੀ ਦੇ ਵਿੱਚ ਜਾਂਦੇ ਹਾਂ ਨਾ ਕਈ ਵਾਰੀ, ਅਤੇ ਉਹ ਟਾਈਪਿਸਟ ਬੈਠੇ ਹੁੰਦੇ ਆ ਜਿਹੜੇ ਮਤਲਬ ਕੀ ਆ ਵੀ ਇਕਰਾਰਨਾਮਾ ਨਹੀਂ ਲਿਖਦੇ, ਜਿਹੜੇ ਇਕਰਾਰਨਾਮਾ ਲਿਖਾਉਂਦੇ ਆਪਾਂ ਜਿਨ੍ਹਾਂ ਤੋਂ, ਆਪਾਂ ਉਹਨਾਂ ਨੂੰ ਕਹਿ ਦਿੰਦੇ ਹਾਂ ਵਸੀਕਾ ਨਵੀਸ। ਵਸੀਕਾ ਨਵੀਸ ਦਾ ਸ਼ਾਬਦਿਕ ਅਰਥ ਹੀ ਬਣਦਾ ਇਕਰਾਰਨਾਮਾ ਲਿਖਣ ਵਾਲਾ ਜਿਹੜਾ ਹੋਵੇ। ਸ਼ੁਰੂ ਵਿੱਚ ਇਹਨੇ ਕੀ ਕੀਤਾ, ਇਹਨਾਂ ਨੇ ਕਿ ਵਸੀਕਾ ਨਵੀਸ ਦਾ ਕੰਮ ਸ਼ੁਰੂ ਕਰ ਲਿਆ। ਉਸ ਤੋਂ ਬਾਅਦ ਕੀ ਕੀਤਾ, ਬਾਅਦ ਵਿੱਚ 1893 ਈਸਵੀ ਦੇ ਵਿੱਚ ਜਿਹੜੀ ਡਾਕਟਰ ਭਾਈ ਵੀਰ ਸਿੰਘ ਜੀ ਦੀ ਜਿਹੜੀ ਪ੍ਰੈਸ ਉਹਨਾਂ ਨੇ ਇੱਕ ਖੋਲ੍ਹੀ ਸੀਗੀ, ਵਜ਼ੀਰ ਹਿੰਦ ਪ੍ਰੈਸ, ਉਹਦੇ ਵਿੱਚ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਿਓ, ਕਿਹੜੀ ਪ੍ਰੈਸ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ? ਵਜ਼ੀਰ ਹਿੰਦ ਪ੍ਰੈਸ ਦੇ ਵਿੱਚ। ਵਜ਼ੀਰ ਹਿੰਦ ਪ੍ਰੈਸ ਆਪਾਂ ਜਦੋਂ ਡਾਕਟਰ ਭਾਈ ਵੀਰ ਸਿੰਘ ਪੜ੍ਹਿਆ ਸੀ, ਆਪਾਂ ਉਦੋਂ ਗੱਲ ਕੀਤੀ ਸੀ ਕਿ ਡਾਕਟਰ ਭਾਈ ਵੀਰ ਸਿੰਘ ਜੀ ਨੇ ਅੰਮ੍ਰਿਤਸਰ ਵਿਖੇ ਵਜ਼ੀਰ ਹਿੰਦ ਪ੍ਰੈਸ ਦੀ ਸਥਾਪਨਾ ਕੀਤੀ ਸੀ। ਉਸ ਤੋਂ ਬਾਅਦ ਕੀ ਕੀਤਾ, ਧਨੀ ਰਾਮ ਚਾਤਰਿਕ ਜੀ ਨੂੰ ਜਿਵੇਂ ਜਿਵੇਂ ਕੰਮ ਦਾ ਮਤਲਬ ਐਕਸਪੀਰੀਅੰਸ, ਨੌਲੇਜ ਹੁੰਦਾ ਗਿਆ, ਉਹਨਾਂ ਨੇ ਕੀ ਕੀਤਾ, ਅੰਮ੍ਰਿਤਸਰ ਵਿਖੇ ਆਪਣੀ ਇੱਕ ਖੁਦ ਦੀ ਪ੍ਰੈਸ ਲਗਵਾ ਲਈ ਜਿਹਦਾ ਨਾਮ ਸੀ ਸੁਦਰਸ਼ਨ ਪ੍ਰੈਸ। ਇਹਨਾਂ ਨੇ ਕੰਮ ਸ਼ੁਰੂ ਕੀਤਾ ਭਾਈ ਵੀਰ ਸਿੰਘ ਵਾਲੀ ਪ੍ਰੈਸ ਦੇ ਵਿੱਚ, ਵਜ਼ੀਰ ਹਿੰਦ ਪ੍ਰੈਸ ਦੇ ਵਿੱਚ, ਅਤੇ ਪਰ ਕੀ ਆ, ਖੁਦ ਦੀ ਆਪਣੀ ਪ੍ਰੈਸ ਇਹਨਾਂ ਨੇ ਲਿਖਵਾ ਲਈ ਜਿਹਦਾ ਨਾਮ ਸੀਗਾ ਸੁਦਰਸ਼ਨ ਪ੍ਰੈਸ। ਹੁਣ ਇਹਨਾਂ ਦੇ ਕਾਵਿ ਸੰਗ੍ਰਹਿ ਸੁਣ ਲਓ, ਚੰਦਨਵਾੜੀ, ਕੇਸਰ ਕਿਆਰੀ, ਨਵਾਂ ਜਹਾਨ, ਸੂਫੀ ਖਾਨਾ ਅਤੇ ਨੂਰ ਜਹਾਂ ਬੇਗਮ। ਇਹ ਸਾਡੀ ਕਿਤਾਬ ਦੇ ਵਿੱਚ ਜਿਹੜੀ ਲਿਖੀਆਂ ਹੋਈਆਂ ਨਾ ਕਵਿਤਾ ਸੰਗ੍ਰਹਿ ਜਿਹੜੇ, ਉਹ ਮੈਂ ਲਿਖਦੇ ਹਾਂ ਤੁਹਾਡੇ ਸਾਹਮਣੇ। ਹੁਣ ਇੱਕ ਹੋਰ ਗੱਲ ਲਿਖੀ ਹੈ ਕਿ ਧਨੀ ਰਾਮ ਚਾਤਰਿਕ ਜੀ ਦੀ ਜਿਹੜੀ ਕਵਿਤਾ ਹੈ ਉਹ ਸਟੇਜਾਂ ਦਾ ਸ਼ਿੰਗਾਰ ਵੀ ਬਣਦੀ ਰਹੀ ਹੈ। ਇਹ ਇੱਕ ਸਟੇਜੀ ਕਵੀ ਵੀ ਰਹਿ ਚੁੱਕਿਆ ਹੈ। ਆਪ ਸਾਡੇ ਪੰਜਾਬੀ ਭਾਸ਼ਾ ਦੇ ਵਿੱਚ ਕਈ ਹੋਏ ਆ ਸਟੇਜੀ ਕਵੀ।
ਜਿਵੇਂ ਆਪਾਂ ਫਿਰੋਜ਼ਦੀਨ ਸਰਫ ਹੋਇਆ ਅਤੇ ਇਹ ਧਨੀ ਰਾਮ ਚਾਤਰਕ ਜੀ ਹੋਏ, ਜਿਵੇਂ ਇੱਕ ਹੋਰ ਸ਼ਿਵ ਕੁਮਾਰ ਬਟਾਲਵੀ ਹੈ ਜਿਹੜਾ, ਇਹ ਵੀ ਤੁਸੀਂ ਇਹਦੀਆਂ ਵੀ ਕਵਿਤਾਵਾਂ ਤੁਸੀਂ ਨਾ YouTube 'ਤੇ ਸੁਣ ਸਕਦੇ ਹੋ ਜਾਂ ਇਹਨਾਂ ਨੂੰ ਵੀਡੀਓ ਦੇ ਰੂਪ 'ਚ ਵੇਖ ਸਕਦੇ ਹੋ। ਇਹਨਾਂ ਦੇ ਇੰਟਰਵਿਊ ਵਗੈਰਾ ਦੇ ਵਿੱਚ ਇਹ ਆਪ ਗਾਉਂਦੇ ਆ, ਹੈ ਨਾ। ਜਿਹੜਾ ਮਤਲਬ ਆਪ ਹੀ ਕਵਿਤਾ ਲਿਖੇ ਅਤੇ ਆਪ ਹੀ ਕਵਿਤਾ ਨੂੰ ਸਟੇਜ ਦੇ ਉੱਪਰ ਗਾਏ, ਉਹਨੂੰ ਕਹਿ ਦਿੰਦੇ ਆ ਜੀ ਸਟੇਜੀ ਕਵੀ। ਕਈ ਹੋਏ ਆ, ਬਹੁਤ ਕਵੀ ਹੋਏ, ਉਹਨਾਂ ਦੇ ਵਿੱਚੋਂ ਧਨੀ ਰਾਮ ਚਾਤਰਕ ਵੀ ਇੱਕ ਸਟੇਜੀ ਕਵੀ ਸੀ। ਲਓ ਜੀ, ਹੁਣ ਇਹ ਹੋ ਗਈ ਮੂਲ ਗੱਲਾਂ ਧਨੀ ਰਾਮ ਚਾਤਰਕ ਜੀ ਬਾਰੇ। ਹੁਣ ਆਪਾਂ ਗੱਲ ਕਰਦੇ ਹਾਂ ਕਵਿਤਾ। ਕਵਿਤਾਵਾਂ ਦੋ ਦੇ ਰੱਖੀਆਂ, ਇੱਕ ਹੈਗੀ ਹੈ ਗਰੀਬ ਕਿਰਸਾਨ, ਇੱਕ ਹੈਗੀ ਹੈ ਇਨਸਾਨਿਸਤਾਨ। ਸਭ ਤੋਂ ਪਹਿਲਾਂ ਪੜ੍ਹਦੇ ਹਾਂ ਗਰੀਬ ਕਿਰਸਾਨ। ਕਵਿਤਾ ਦੇ ਸਿਰਲੇਖ ਤੋਂ ਤੁਹਾਨੂੰ ਸਮਝ ਲੱਗ ਗਈ ਹੋਏਗੀ ਕਿ ਇੱਕ ਕੋਈ ਕਿਸਾਨ ਹੈ, ਕਿਰਸਾਨ, ਉਹਦੀ ਗਰੀਬੀ ਦੀ ਗੱਲ ਕੀਤੀ ਹੈ ਨਾ। ਇੱਥੇ ਪੰਜਾਬੀ ਦੇ ਵਿੱਚ ਨਾ ਕਿਸਾਨ ਨਾਲ ਲਿਖ ਕੇ ਕਿਰਸਾਨ ਲਿਖਿਆ ਜਾਂਦਾ ਹੈ ਸ਼ਬਦ ਜ਼ਿਆਦਾਤਰ, ਹੈ ਨਾ। ਕਿਰਸਾਨ ਕਿਰਸ ਸ਼ਬਦ ਤੋਂ ਜਿਵੇਂ ਬਣਿਆ ਹੈ, ਕਿਰਸ। ਆਪਾਂ ਹਿੰਦੀ ਦੇ ਵਿੱਚ ਲਿਖਦੇ ਹਾਂ ਨਾ ਕ੍ਰਿਸ਼ੀ, ਕ੍ਰਿਸ਼ੀ ਕਿਰਸ, ਕਿਰਸਾਨ ਇੱਕੋ ਹੀ ਹੈ ਸ਼ਬਦਾਵਲੀ। ਇਸ ਕਰਕੇ ਤੁਸੀਂ ਐਵੇਂ ਨਾ ਸੋਚੋ ਵੀ ਕਿਤੇ ਗਲਤ ਲਿਖਿਆ ਅਤੇ ਜਿੱਥੇ ਜਿੱਥੇ ਕਿਰਸਾਨ ਲਿਖਿਆ ਉਹਨੂੰ ਕੱਟ ਕੇ ਤੇ ਕਿਸਾਨ ਲਿਖ ਦਿਓ, ਐਵੇਂ ਨਾ ਕਰ ਦਿਓ। ਕਿਰਸਾਨ ਹੀ ਹੈ, ਪੰਜਾਬੀ ਦੇ ਵਿੱਚ ਇਸ ਨੂੰ ਕਿਰਸਾਨ ਵੀ ਕਿਹਾ ਜਾਂਦਾ ਹੈ, ਕਿਰਸਾਨ। ਲਓ ਜੀ, ਹੁਣ ਆਪਾਂ ਗੱਲ ਕਰਦੇ ਹਾਂ ਗਰੀਬ ਕਿਰਸਾਨ ਦੇ ਬਾਰੇ। ਧਨੀ ਰਾਮ ਚਾਤਰਕ ਨੇ ਇੱਕ ਕਿਰਸਾਨ ਦੀ ਗਰੀਬੀ ਨੂੰ ਕਿਵੇਂ ਪੇਸ਼ ਕੀਤਾ ਹੈ, ਗਰੀਬੀ ਦੇ ਕਾਰਨ ਵੀ ਦੱਸੇ ਹੋਣਗੇ ਅਤੇ ਉਹ ਗਰੀਬੀ ਤੋਂ ਨਿਜਾਤ ਪਾਉਣ ਦੀ ਕੋਈ ਹੱਲ ਵੀ ਦੱਸਿਆ ਹੋਣਾ, ਹੈ ਨਾ। ਸਭ ਤੋਂ ਪਹਿਲਾਂ ਕਵਿਤਾ ਜਿਹੜੀ ਹੈ ਮੈਂ ਵਾਚਨ ਕਰਦਾ, ਤੁਸੀਂ ਸੁਣੋ ਧਿਆਨ ਨਾਲ, ਸ਼ਾਇਦ ਕੋਈ ਗੱਲ ਸਮਝ 'ਚ ਆਵੇ। ਕੱਕਰੀ ਰਾਤ ਸਿਆਲ ਦੀ ਵਰਤੀ ਸੁੰਝ ਮਸਾਣ, ਖਲਕਤ ਸੁੱਤੀ ਅੰਦਰੀ ਨਿੱਕੀਆਂ ਬੁੱਕਲਾਂ ਤਾਣ, ਪਿਛਲੇ ਪਹਿਰ ਤਰੇੜ ਦੇ ਮੋਤੀ ਜੰਮਦੇ ਜਾਣ, ਬੁੱਕਲੋਂ ਮੂੰਹ ਜੇ ਕੱਢੀਏ ਪਾਲਾ ਪੈਂਦਾ ਖਾਣ। ਸਿਆਲ ਦੀ ਰੁੱਤ ਦੀ ਗੱਲ ਕੀਤੀ ਹੈ ਨਾ। ਸਿਆਲ ਦੇ ਵਿੱਚ ਦੇਖ ਲਓ ਐਵੇਂ ਹੁੰਦਾ, ਕੱਕਰੀ ਰਾਤ ਹੁੰਦੀ ਹੈ, ਬਰਫੀਲੀ ਰਾਤ ਹੁੰਦੀ ਹੈ ਸਿਆਲ ਦੀ। ਸੁੰਝ ਮਸਾਣ, ਮਸਾਣ ਭੂਮੀ ਵਰਗੀ ਚੁੱਪ ਹੁੰਦੀ ਹੈ। ਮਸਾਣਾਂ ਦੇ ਵਿੱਚ, ਸ਼ਮਸ਼ਾਨ ਦੇ ਵਿੱਚ ਜਾਈਏ ਕਿੰਨੀ ਚੁੱਪ ਹੁੰਦੀ ਹੈ ਨਾ, ਉਵੇਂ ਦੀ ਮਤਲਬ ਸੁੰਨ, ਉਵੇਂ ਦੀ ਚੁੱਪ ਆਸੇ ਪਾਸੇ ਵਾਤਾਵਰਣ ਦੇ ਵਿੱਚ, ਉਵੇਂ ਦਾ ਚੁੱਪ ਚਪੀਤਾ ਜਿਹੜਾ ਮਤਲਬ ਵਾਤਾਵਰਣ ਹੋਇਆ। ਖਲਕਤ ਸੁੱਤੀ ਅੰਦਰ ਹੀ ਨਿੱਘੀਆਂ ਬੁੱਕਲਾਂ ਤਾਣ। ਮੈਂ ਨਾਲ ਦੀ ਨਾਲ ਅਰਥ ਕਰਦਾ ਜਾਣਾ ਕਿਉਂਕਿ ਕਵਿਤਾ ਨਾ ਥੋੜ੍ਹੀ ਜਿਹੀ ਵੱਡੀ ਹੈ। ਇਹ ਜਿਹੜੀ ਵੀਡੀਓ ਆਪਾਂ ਇਹਨੂੰ ਵੱਡੀ ਨਹੀਂ ਖਿੱਚਣਾ ਜ਼ਿਆਦਾ। ਖਲਕਤ ਸੁੱਤੀ ਅੰਦਰ ਹੀ, ਤੁਸੀਂ ਸਿਆਣੇ ਹੋ, ਬਾਕੀ ਹੁਸ਼ਿਆਰ ਬਥੇਰੇ ਆ, ਤੁਸੀਂ ਕੰਮ ਤੁਸੀਂ ਕਰ ਹੀ ਲੈਣਾ। ਖਲਕਤ ਸੁੱਤੀ ਅੰਦਰ ਹੀ ਨਿੱਘੀਆਂ ਬੁੱਕਲਾਂ ਤਾਣ। ਖਲਕਤ ਹੁੰਦੀ ਆ ਦੁਨੀਆ, ਲੋਕ ਆ ਜਿਹੜੇ ਸਾਰੇ ਅੰਦਰੋਂ ਅੰਦਰ ਹੀ ਵੜ ਕੇ ਸੁੱਤੇ ਆ। ਨਿੱਘੀਆਂ ਬੁੱਕਲਾਂ ਉਹਨਾਂ ਨੇ ਤਾਣੀਆਂ ਹੋਈਆਂ, ਰਜਾਈਆਂ ਲਈਆਂ ਹੋਈਆਂ, ਆਪਣਾ ਚੁੱਪ ਕਰਕੇ ਸੁੱਤੇ ਹੈ। ਪਿਛਲੇ ਪਹਿਰ ਤਰੇੜ ਦੇ ਮੋਤੀ ਜੰਮਦੇ ਜਾਣ। ਪਿਛਲਾ ਪਹਿਰ ਲਿਖਿਆ ਹੈ ਸ਼ਬਦ, ਦੇਖੋ ਜੀ ਪਹਿਰ ਆ ਜਿਹੜੇ 24 ਘੰਟੇ ਹੁੰਦੇ ਆ ਪੂਰੇ ਦਿਨ ਦੇ ਵਿੱਚ, ਉਹਨੂੰ ਕੀ ਕੀਤਾ ਹੋਇਆ ਜੀ 8 ਪਹਿਰਾਂ ਦੇ ਵਿੱਚ ਵੰਡਿਆ ਗਿਆ ਹੈ। ਇੱਕ ਪਹਿਰ ਹੁੰਦਾ 3 ਘੰਟਿਆਂ ਦਾ, 8 ਤੀਆ 24। ਸੋ ਇਹ ਜਿਹੜਾ ਪਿਛਲਾ ਪਹਿਰ ਆ, ਜਿਹੜਾ ਪਿਛਲਾ ਪਹਿਰ ਦਾ ਇੱਕ ਹੋਰ ਵੀ ਅਰਥ ਹੁੰਦਾ ਜਿਹਨੂੰ ਕਹਿ ਦਿੰਦੇ ਆ ਅੰਮ੍ਰਿਤ ਵੇਲਾ। ਅੰਮ੍ਰਿਤ ਵੇਲਾ ਮਤਲਬ ਕੀ ਹੈ, ਸਵੇਰੇ 4 ਵਜੇ 5 ਵਜੇ ਵਾਲਾ ਟਾਈਮ, ਉਹਨੂੰ ਕਿਹਾ ਜਾਂਦਾ ਹੈ ਪਿਛਲਾ ਪਹਿਰ। ਦਿਨ ਜਾਂ ਰਾਤ ਦਾ ਅਖੀਰਲਾ ਪਹਿਰ ਜਿਹੜਾ ਹੁੰਦਾ ਉਹਨੂੰ ਕਿਹਾ ਜਾਂਦਾ ਹੈ, ਦੂਸਰੇ ਸ਼ਬਦਾਂ ਦੇ ਵਿੱਚ ਪਿਛਲੇ ਪਹਿਰ ਨੂੰ ਅੰਮ੍ਰਿਤ ਵੇਲਾ ਵੀ ਕਹਿ ਦਿੰਦੇ ਆ। ਪਿਛਲੇ ਪਹਿਰ ਤਰੇੜ ਦੇ ਮੋਤੀ ਜੰਮਦੇ ਜਾਣ। ਉਹ ਪੱਤਿਆਂ ਦੇ ਉੱਪਰ ਮੋਤੀ ਜੰਮੇ ਹੁੰਦੇ ਆ ਨਾ, ਜਿਵੇਂ ਤਰੇਲ ਜੰਮੀ ਹੁੰਦੀ ਹੈ। ਬੁੱਕਲੋਂ ਮੂੰਹ ਜੇ ਕੱਢੀਏ ਪਾਲਾ ਪੈਂਦਾ ਖਾਣ। ਜੇ ਕੋਈ ਮਤਲਬ ਰਜਾਈ 'ਚੋਂ, ਬੁੱਕਲ 'ਚੋਂ ਜੇ ਬਾਹਰ ਨੂੰ ਮੂੰਹ ਕੱਢਦੇ ਆ ਤਾਂ ਪਾਲਾ ਹੈ ਜਿਹੜਾ ਉਹ ਇਸ ਤਰ੍ਹਾਂ ਲੱਗਦਾ ਹੈ ਵੀ ਖਾਣ ਨੂੰ ਪੈਂਦਾ, ਇੰਨੀ ਠੰਡ ਹੈ, ਇੰਨਾ ਪਾਲਾ। ਹੁਣ ਇਹ ਜਿਹੜੀ ਇੰਨਾ ਜਿਹੜਾ ਹੈਗਾ, ਇਹ ਜਿਹੜਾ ਮਤਲਬ ਇੰਨਾ ਹਿੱਸਾ 4 ਲਾਈਨਾਂ 4 ਸਤਰਾਂ ਜਿਹੜੀਆਂ, ਇਹਨਾਂ ਦੇ ਵਿੱਚ ਕੀ ਹੈ ਕਿ ਪ੍ਰਕਿਰਤੀ ਦੀ, ਕੁਦਰਤ ਦੀ, ਮੌਸਮ ਦੀ ਗੱਲ ਕੀਤੀ ਹੈ। ਅਤੇ ਮੌਸਮ ਹੈ ਜਿਹੜਾ ਉਹ ਕਿਹੜਾ ਹੈ, ਬਰਫੀਲਾ ਮੌਸਮ ਹੈ, ਠੰਡਾ ਮੌਸਮ ਹੈ, ਠੰਡ ਦੀ ਸਿਆਲ ਦੀ ਗੱਲ ਕੀਤੀ ਹੈ, ਸਿਆਲ ਦੀ ਰੁੱਤ ਦੀ। ਅੱਛਾ, ਹੁਣ ਅਗਲਾ ਪੜ੍ਹਦੇ ਆ ਪਹਿਰਾ। ਇਸ ਵੇਲੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ, ਜਾਂ ਕੋਈ ਕਰਦਾ ਭਗਤ ਜਨ ਖੂਹੇ 'ਤੇ ਇਸ਼ਨਾਨ। ਹੁਣ ਉਸੇ ਵੇਲੇ ਦੀ ਗੱਲ ਚੱਲ ਰਹੀ ਹੈ, ਉਸੇ ਹੀ ਠੰਡ ਦੀ ਜਿਹੜੀ ਸਿਆਲ ਦੀ ਰੁੱਤ ਹੈ ਉਸੇ ਦੀ ਗੱਲ ਚੱਲ ਰਹੀ ਹੈ। ਇਸ ਵੇਲੇ ਜਾਂ ਜਾਗਦੇ ਤਾਰੇ 'ਤੇ ਅਸਮਾਨ। ਹੁਣ ਉਹ ਵੇਲਾ ਜਿਹੜਾ, ਲੋਕ ਤਾਂ ਜਾਗਦੇ ਨਹੀਂ, ਲੋਕ ਤਾਂ ਬੁੱਕਣਾ 'ਚ ਮੂੰਹ ਦਿੱਤੇ ਆ ਅਤੇ ਸੁੱਤੇ ਆ। ਜਾਗਦਾ ਕੌਣ ਹੈ, ਅਸਮਾਨ ਦੇ ਉੱਪਰ ਤਾਰੇ ਆ, ਉਹ ਜਾਗ ਰਹੇ ਆ ਨਾ, ਉਹ ਦਿਖ ਰਹੇ ਆ।
ਤੇ ਜਾਂ ਕੋਈ ਅੰਮ੍ਰਿਤ ਵੇਲੇ 4-5 ਵਜੇ ਦੇ ਕਰੀਬਨ ਜਾਂ ਕੋਈ ਕਰਦਾ ਭਗਤ ਜਨ ਖੂਹ ਤੇ ਇਸ਼ਨਾਨ। ਜਿਹੜਾ ਕੋਈ ਭਗਤ ਹੈ, ਰੱਬ ਦਾ ਪਿਆਰਾ ਹੈ, ਉਹ ਖੂਹ ਤੇ ਇਸ਼ਨਾਨ ਕਰ ਰਿਹਾ ਹੈ ਕਿਉਂਕਿ ਉਹਨੇ ਪਰਮਾਤਮਾ ਦੀ ਭਗਤੀ ਕਰਨੀ ਹੈ। ਦੋ ਹੀ ਤਰ੍ਹਾਂ ਦੇ ਲੋਕ ਜਾਗ ਰਹੇ ਆ। ਜਾਂ ਇੱਕ ਕਿਸਮਤ ਦਾ ਬਲੀ, ਤੀਜਾ ਕੌਣ ਜਾਗ ਰਿਹਾ ਦੇਖੋ। ਜਾਂ ਇੱਕ ਕਿਸਮਤ ਦਾ ਬਲੀ ਜਾਗ ਰਿਹਾ ਕਿਰਸਾਨ, ਪਾਣੀ ਲਾਉਂਦਿਆਂ ਪੈਰ ਹੱਥ ਜਿਹਦੇ ਨੀਲੇ ਹੁੰਦੇ ਜਾਣ। ਜਾਂ ਇੱਕ ਕਿਸਮਤ ਦਾ ਬਲੀ, ਕਿਸਮਤ ਦਾ ਬਲੀ ਦਾ ਅਰਥ ਹੁੰਦਾ ਭੈੜੀ ਕਿਸਮਤ ਵਾਲਾ। ਕਿਸਮਤ ਦਾ ਧਨੀ ਹੁੰਦਾ ਚੰਗੀ ਕਿਸਮਤ ਵਾਲਾ, ਕਿਸਮਤ ਦਾ ਬਲੀ ਲਿਖਿਆ ਇੱਥੇ ਮਤਲਬ ਭੈੜੀ ਕਿਸਮਤ ਵਾਲਾ। ਅਖਾਣ ਸੁਣਿਆ ਨਾ ਤੁਸੀਂ, ਵਾਹ ਓਏ ਕਿਸਮਤ ਦਾ ਬਲੀਆ, ਰਿੱਧੀ ਖੀਰ ਤੇ ਬਣ ਗਿਆ ਦਲੀਆ। ਉਹਨੂੰ ਕਹਿੰਦੇ ਆ ਭੈੜੀ ਕਿਸਮਤ ਵਾਲਾ। ਜਾਂ ਇੱਕ ਕਿਸਮਤ ਦਾ ਬਲੀ ਜਾਗ ਰਿਹਾ ਕਿਰਸਾਨ। ਜਾਂ ਕੋਈ ਮਤਲਬ ਜਿਹੜਾ ਭੈੜੀ ਕਿਸਮਤ ਵਾਲਾ, ਭੈੜੇ ਕਰਮਾਂ ਵਾਲਾ ਇੱਕ ਕਿਰਸਾਨ, ਉਹ ਵੀ ਜਾਗ ਰਿਹਾ। ਕਿਉਂ? ਕਿਉਂਕਿ ਉਹਦਾ ਪਾਣੀ ਲੱਗ ਰਿਹਾ ਵਿਚਾਰੇ ਦਾ ਖੇਤਾਂ 'ਚ। ਪਾਣੀ ਲਾਉਂਦਿਆਂ ਪੈਰ ਹੱਥ ਜਿਹਦੇ ਨੀਲੇ ਹੁੰਦੇ ਜਾਣ। ਹੁਣ ਕੱਕਰੀ ਬਰਫੀਲੀ ਰਾਤ ਹੋਵੇ ਤੇ ਪਾਣੀ ਲਾਓ ਤੇ ਹੱਥਾਂ ਪੈਰਾਂ ਦਾ ਕੀ ਹਾਲ ਹੋਊਗਾ? ਹੱਥ ਪੈਰ ਠੰਡ ਨਾਲ ਨੀਲੇ ਹੋ ਜਾਂਦੇ ਆ ਨਾ, ਉਂਗਲਾਂ ਦੇ ਪੋਟੇ ਅੱਗੋਂ ਨੀਲੇ ਹੋ ਜਾਂਦੇ ਆ। ਇਹ ਹੋ ਗਈ, ਇਹ ਜਿਹੜੀ ਸੀਗੀ, ਇਹ ਦੋ ਜਿਹੜੀਆਂ 17 ਜਿਹੜੇ ਦੋ ਪਹਿਰੇ ਸੀਗੇ, ਦੋਨਾਂ ਪਹਿਰਾਂ ਦੇ ਵਿੱਚ ਸਿਆਲ ਦੀ ਰੁੱਤ ਦੀ ਗੱਲ ਕੀਤੀ ਹੈ। ਹੁਣ ਤੀਜੇ ਪਹਿਰੇ 'ਚ ਵੇਖਦੇ ਆ ਵੀ ਕਿਹੜੀ ਰੁੱਤ ਦੀ ਗੱਲ ਕੀਤੀ ਹੈ। ਸ਼ਿਖਰ ਦੁਪਹਿਰੇ ਜੇਠ ਦੀ ਵਰਨ ਪਏ ਅੰਗਿਆਰ। ਜੇਠ ਦਾ ਮਹੀਨਾ ਜਿਹੜਾ ਹੈ ਨਾ, ਜੂਨ ਜੁਲਾਈ ਦਾ ਮਹੀਨਾ, ਵਰਨ ਪਏ ਅੰਗਿਆਰ। ਅੰਗਿਆਰ ਵਰਦੇ ਆ ਕਿ ਨਹੀਂ? ਕਿੰਨੀ ਗਰਮੀ ਹੁੰਦੀ ਹੈ। ਲੋਹਾ ਵਾਓ ਵਰੋਲਿਆਂ ਰਾਹੀ ਲਏ ਖਿਲਾਰ। ਉਹ ਵਾਹ ਵਰੋਲੇ ਜੇ ਚੱਲਦੇ ਹੁੰਦੇ ਆ ਨਾ, ਮਤਲਬ ਇਕੱਠਾ ਜਾ ਹੋ ਕੇ ਤੇ ਉਹ ਚੱਕਰਵਾਤ ਜੇ ਵਰਗੇ ਚੱਲਦੇ ਹੁੰਦੇ ਆ ਵਾਹ ਵਰੋਲੇ ਜੇ ਜਗ੍ਹਾ ਜਗ੍ਹਾ 'ਤੇ, ਉਹ ਚੱਲਦੇ ਆ। ਲੋ ਵਗਦੀ ਹੈ, ਲੋ ਗਰਮੀਆਂ 'ਚ ਵਗਦੀ ਹੈ ਨਾ। ਲੋ ਜਿਹੜੀ ਵਗਦੀ ਹੈ ਗਰਮੀ ਦੇ ਮਹੀਨੇ ਦੇ ਵਿੱਚ, ਇੱਕ ਗਰਮ ਹਵਾ ਵਗਦੀ ਹੈ ਜਿਹਦੇ ਵਿੱਚ ਆਪਾਂ ਨਾ ਖੜ੍ਹਨ ਨੂੰ ਜੀਅ ਨਹੀਂ ਕਰਦਾ, ਆਪਾਂ ਘਰੇ ਵੜ ਜਾਂਦੇ ਆਪਦੇ। ਲੋਹਾ ਵਾਓ ਵਰੋਲਿਆਂ ਰਾਹੀ ਲਏ ਖਿਲਾਰ। ਰਾਹੀ ਹੁੰਦੇ ਆ ਰਾਹ ਵਿੱਚ ਜਾਣ ਵਾਲੇ, ਰਸਤੇ ਰਸਤੇ ਜਾਣ ਵਾਲੇ ਜਿਹੜੇ ਰਾਹੀ ਆ। ਉਸ ਲੋ ਜਿਹੜੀ ਵਗ ਰਹੀ ਆ ਉਹਨੇ ਉਹਨਾਂ ਨੂੰ ਖਿਲਾਰ ਦਿੱਤਾ ਹੈ, ਰੋਕ ਦਿੱਤਾ ਹੈ। ਲੋ ਤਪੇ ਜਿਉ ਪ੍ਰਿਥਵੀ ਭੁੱਖ ਲਵਣ ਅਸਮਾਨ। ਲੋ ਜਿਹੜੀ ਮਤਲਬ ਕੀ ਆ, ਪ੍ਰਿਥਵੀ ਆ ਜਿਹੜੀ, ਉਹ ਇਸ ਤਰ੍ਹਾਂ ਤਪਦੀ ਹੈ ਜਿਵੇਂ ਲੋਹ ਤਪਦੀ ਹੈ, ਜਿਵੇਂ ਲੋਹਾ ਤਪਦਾ ਐਵੇਂ ਤਪ ਰਹੀ ਹੈ। ਅੱਗੇ ਕੀ ਹੈ? ਭੁੱਖ ਲਵਣ ਅਸਮਾਨ। ਤੇ ਜਿਹੜੀ ਭੁੱਖ ਹੈ, ਭੁੱਖਾ ਹੁੰਦਾ ਨਾ ਜਿਵੇਂ ਕੋਈ, ਜਿਹੜੀ ਭੁੱਖ ਹੈ ਉਹ ਅਸਮਾਨ ਵਰਗੀ ਹੋਈ ਖੜੀ ਹੈ। ਅਸਮਾਨ ਵੱਡਾ ਹੈ ਤੇ ਮਤਲਬ ਕੀ ਹੈ ਵੀ ਇੰਨੀ ਭੁੱਖ ਲੱਗ ਰਹੀ ਹੈ ਵੀ ਭੁੱਖ ਐਂ ਲੱਗਦਾ ਵੀ ਅਸਮਾਨ ਜਿੱਡੀ ਹੋ ਗਈ। ਭੁੱਖ ਲਵਣ ਅਸਮਾਨ। ਲਵਣ ਸ਼ਬਦ ਲਿਖਿਆ, ਲਵਣ ਦਾ ਅਰਥ ਹੁੰਦਾ ਬਰਾਬਰੀ 'ਤੇ ਰੱਖਣਾ, ਵੀ ਭੁੱਖ ਹੈ ਜਿਹੜੀ ਉਹ ਅਸਮਾਨ ਦੇ ਬਰਾਬਰ ਹੈ। ਲਵਣ ਇੱਕ ਹੁੰਦਾ ਲਾਵਣ। ਲਾਵਣ ਦਾ ਮਤਲਬ ਹੁੰਦਾ ਵੀ ਲੂਣ ਦੇ ਨਾਲ ਬਣਾਈ ਕੋਈ ਸ਼ੈ ਖਾਣ ਵਾਲੀ, ਉਹਨੂੰ ਕਹਿ ਦਿੰਦੇ ਆ ਲਾਵਣ। ਇੱਥੇ ਲਵਣ ਸ਼ਬਦ ਲਿਖਿਆ, ਲਵਣ ਦਾ ਅਰਥ ਹੁੰਦਾ ਦੋ ਚੀਜ਼ਾਂ ਨੂੰ ਬਰਾਬਰ ਕਰਨਾ। ਹੁਣ ਇੱਥੇ ਅਸਮਾਨ ਦੀ ਬਰਾਬਰੀ ਭੁੱਖ ਦੇ ਨਾਲ ਕੀਤੀ ਹੋਈ ਹੈ। ਪਸ਼ੂਆਂ ਜੀਭਾਂ ਸੁੱਟੀਆਂ ਪੰਛੀ ਭੁੱਜਦੇ ਜਾਣ। ਆ ਵੇਖ ਲਓ ਕਿੱਡਾ ਸੋਹਣਾ ਅਲੰਕਾਰ ਦੇ ਵਿੱਚ ਵਰਤ ਕੇ ਲਿਖਿਆ ਕਿ ਪਸ਼ੂਆਂ ਨੇ ਜਿਹੜੀਆਂ ਜੀਭਾਂ ਜਿਹੜੀਆਂ ਬਾਹਰ ਨਿਕਲ ਜਾਂਦੀ ਹੈ ਕਿ ਨਹੀਂ, ਜੀਭ ਬਾਹਰ ਆ ਗਈ ਜੀ ਫਲਾਣੇ ਬੰਦੇ ਦੀ, ਕਹਿੰਦੇ ਜੀਭਾਂ, ਪਸ਼ੂਆਂ ਜੀਭਾਂ ਸੁੱਟੀਆਂ ਪੰਛੀ ਭੁੱਜਦੇ ਜਾਣ। ਪਸ਼ੂ ਆ ਜਿਹੜੇ ਉਹਨਾਂ ਨੇ ਗਰਮੀ ਦੇ ਕਾਰਨ ਉਹਨਾਂ ਦੀਆਂ ਜੀਭਾਂ ਜਿਹੜੀਆਂ ਉਹ ਬਾਹਰ ਨੂੰ ਆਈਆਂ ਹੋਈਆਂ, ਅਤੇ ਪੰਛੀ ਆ ਜਿਹੜੇ ਉਹ ਇਸ ਤਰ੍ਹਾਂ ਲੱਗਦਾ ਵੀ ਗਰਮੀ ਦੇ ਵਿੱਚ ਭੁੱਜ ਜਾਣਗੇ, ਮਤਲਬ ਸੜ ਜਾਣਗੇ। ਲੁਕੀ ਲੁਕਾਈ ਅੰਦਰੀ ਨਿਕਲੇ ਬਾਹਰ ਨਾ ਸਾ। ਲੁਕੀ ਮਤਲਬ ਲੁਕ ਗਈ, ਲੁਕਾਈ ਦੁਨੀਆ। ਲੁਕਾਈ ਸ਼ਬਦ ਆਇਆ ਜਿਹੜਾ ਮਤਲਬ ਕੀ ਹੈ, ਜਿਹੜਾ ਮਤਲਬ ਆਪਾਂ ਪਹਿਲਾ ਪਹਿਰਾ ਪੜ੍ਹ ਰਹੇ ਸੀ ਉਦੋਂ ਦੂਸਰੇ 'ਚ ਆਇਆ ਸੀ ਖਲਕਤ। ਖਲਕਤ ਅਤੇ ਲੁਕਾਈ ਇਹਨਾਂ ਦੇ ਅਰਥ ਇੱਕੋ ਹੀ ਹੈ। ਖਲਕਤ ਅਤੇ ਲੁਕਾਈ ਦੇ ਮਤਲਬ ਦੁਨੀਆ ਨੂੰ ਕਹਿੰਦੇ ਆ। ਲੁਕੀ ਲੁਕਾਈ ਅੰਦਰੀ ਨਿਕਲੇ ਬਾਹਰ ਨਾ ਸਾ, ਵੀ ਜਿਹੜੀ ਦੁਨੀਆ ਉਹ ਸਾਰੀ ਅੰਦਰ ਲੁਕੀ ਹੋਈ ਹੈ, ਅਤੇ ਮਤਲਬ ਕੀ ਹੈ ਵੀ ਬਾਹਰ ਆਉਣ ਨੂੰ ਉਹਨਾਂ ਦਾ ਜੀਅ ਨਹੀਂ ਕਰਦਾ। ਪਰ ਪਿੜ ਵਿੱਚ ਕਿਰਸਾਨ ਇੱਕ ਫੜਾ ਰਿਹਾ ਹੈ ਵਾਹ। ਮਤਲਬ ਕਿ ਇੱਕ ਜਿਹੜਾ ਪਿੜ ਦੇ ਵਿੱਚ ਇੱਕ ਕਿਸਾਨ ਹੈ ਜਿਹੜਾ ਉਹ ਜ਼ਮੀਨ ਨੂੰ, ਆਪਣੀ ਫਸਲ ਨੂੰ ਵਾਹ ਰਿਹਾ ਹੈ। ਪਿੜ ਹੁੰਦੀ ਹੈ ਉਹ ਥਾਂ ਜਿੱਥੇ ਕਣਕ ਨੂੰ ਇਕੱਠਾ ਕੀਤਾ ਜਾਂਦਾ ਹੈ, ਕਣਕ ਗਾਹੀ ਜਾਂਦੀ ਹੈ, ਉਹਨੂੰ ਕਹਿੰਦੇ ਆ ਪਿੜ। ਅਤੇ ਫੜਾ ਹੁੰਦਾ ਹੈ ਕਣਕ ਤੋਂ ਤੂੜੀ ਨੂੰ ਵੱਖ ਕਰਨ ਦੀ ਜਿਹੜੀ ਪ੍ਰਕਿਰਿਆ ਹੁੰਦੀ ਹੈ। ਕਣਕ ਹੈ ਜਿਹੜੀ ਉਹ ਛਿੱਟਿਆਂ 'ਚ ਹੁੰਦੀ ਹੈ, ਉਹਨੂੰ ਅਤੇ ਤੂੜੀ ਨੂੰ ਅਲੱਗ-ਅਲੱਗ ਕਰਨ ਦੀ ਪ੍ਰਕਿਰਿਆ, ਉਹਨੂੰ ਕਹਿੰਦੇ ਆ ਫੜਾ। ਹੁਣ ਕਣਕ ਜਦੋਂ ਕੱਢਦੇ ਆ ਤਾਂ ਉਦੋਂ ਗਰਮੀ ਹੁੰਦੀ ਹੈ ਕਿ ਨਹੀਂ ਪੂਰੀ, ਜੇਠ ਹਾੜ ਦਾ ਮਹੀਨਾ ਹੁੰਦਾ ਕਿ ਨਹੀਂ। ਪਰ ਪਿੜ ਵਿੱਚ ਕਿਰਸਾਨ ਇੱਕ ਫੜਾ ਰਿਹਾ ਹੈ ਵਾਹ। ਸਿਰ ਪੈਰਾਂ ਤੱਕ ਨੁੱਚੜੇ ਮੁੜਕਾ ਵਾਹੋ ਦਾ।
मतलब की है कि मुड़का जिहड़ा वो लगातार सिर तो लैके पैरों तक चो रहा है, निचड़ रहा है। पर शाबाशे दुल्लिया तैनू रत्ता नहीं परवाह। दुल्ला हुंदा बहादुर, दुल्लिया लिखिया ना, दुल्ला दा शाब्दिक अर्थ है बहादुर होवे, जिहड़ा सूरमा होवे उहनूं कहंदे दुल्ला। रता नहीं मतलब थोड़ी जी, रता पर भी थोड़ी जी परवाह नहीं है। पर शाबाशे दुल्लिया, इत्थे दुल्ला क्या है किरसाण नूं, जिहड़ा दुल्ला मतलब की है बहादुर। हे बहादुरा, हे सूरमिया, हे दुल्लिया, हे किरसाणा, तेनू रत्ता भी, तेनू थोड़ी जी भी परवाह नहीं भी इन्नी गर्मी पै रही है, तू तां भी अपने काम लग्या होया है। माओ लडका जम्मियो रखे उस नाओ गुलाब। हुण आ गई जी गल बचपन की भी एक माँ ने की है पुੱਤ ਨੂੰ जन्म दिता है तो उसनूं बड़े चावां प्यारां दे नाल की है माओ लडका जम्मियो रखिया सुनाओ गुलाब। ਉਹਦਾ नाम है जिहड़ा गुलाब, मतलब गुलाब दे वर्गा सोहना जिहा कोई नाम रखिया है। पर किस्मत दे के वाड़ विच तेरी कीती जून खराब। पर हुण किस्मत दा जिहड़ा बली है किरसाण भैड़ी किस्मत वाला है, इस करके उसकी जिहड़ी किरसानी वाली जून है वो खराब हो रही है। किवें? दुनिया खाए मलाइयाँ तेरे हिस्से आई छा। हुण ये जिहड़ियां छा ते मलाई ये बनदियां दुध तो दोने चीज़ां। पर इत्थे कवि ने की किया भी अमीरी ते गरीबी च फर्क करने वास्ते एक नूं तां कहा भी एक तां मलाई खांदे आ अमीर, पर एक गरीब किरसाण है जिहड़ा ओह लस्सी पी के गुजारा करता है। मोटा ठुला पहन लै मिसी तिसी खा। मोटा ठुला खद्दर का कपड़ा जिहड़ा वो किसान नूं कहंदा भी पा ला तू, ते मिसी तिसी जिवें दी मिलदी है रात दी रोटी, जिवें बही रोटी वो भी खा के तू गुजारा कर। हल सुहागे गोडियां तेरे सिर ते रहन सवार। किसान दे कोल की हुंदा लै दे के आई कुछ ही हुंदा ना। हल मतलब खेतीबाड़ी वाले संद, सुहागा, गोडियां मतलब गोडी करनी है ना, गंद मारन जाना है जी, कभी कुछ करन जाना है जी, गोडी कितनी बारी करनी पैंदी है देख लो। हल सुहागे गोडियां तेरे सिर ते रहन सवार, पल्ले तेरे पै गई पशुआं वाली कार। हुण नाल किसान है बेचारा, इस करके उन्हें दुध वास्ते पशु भी रखे हुए, पशु भी पाले हुए हैं। हुण पल्ले तेरे की रह गया? धनी राम चातर की कहंदा भी हे किसान तेरे पल्ले की कुछ रह गया? हल सुहागे गोडियां ते पशुआं वाला काम। राती आपे टुट के चाड़े नींद खुमार। खुमार कहंदे आ जिवें नशे की टोट नहीं लगती, नशे की टोट जां घाट कहंदे आ, नशे की टोट जां घाट की हालत होवे उहनूं कहंदे आ खुमार। हुण की होया भी खुमारी एक तरह की चढ़ी है, क्योंकि नींद पूरी हुंदी नहीं। किवें नहीं हुंदी? देखो इन्हां लाइनां दे विच सतरां च वेखो। राती आपे टुट के, रात नूं तू थक्या टुटिया आण के पिया चाड़े नींद खुमार। जदों नींद चढ़ी तां की है भी वो नशे की एक तरह की नींद आ, जिहड़ी नींद का नशा है ओहदी वो मतलब पूरा नहीं होया। किवें? कुक्कड़ बांगे फिर तू उस तरह तैयार। हुण सवेरे जदों 3 4 5 वजे कुक्कड़ ने दित्ती बांग, किसान बेचारा फिर उवें ही काम करन नूं खेतां दे विच तैयार हो जाता है। ओहदी नींद है जिहड़ी, नींद एक नशा है ना, नींद का नशा ओहदा बेचारे दा अधूरा रह गया। तन टंगिया विच कार दे जान टंगी असमान। हुण तन है जिहड़ा शरीर आ वो कार मतलब कामकार, कामकार दे विच टंगिया होया। जिहड़ा तन है शरीर है उहनूं तां डाया होया कामकार दे विच, जान टंगी असमान। ते जिहड़ी जान है वो की है? तन ते एक जान, दो चीज़ां ना, एक शरीर एक आत्मा। ते जिहड़ी जान है वो असमान वाला है। किवें? देखो, मुठ तेरी विच कालजा बदलां विच ध्यान। कालजा मुट्ठी दे विच होना मतलब की है कि मतलब इहो जी परिस्थिति दे विच होना जिन्हों आप कह देने मुश्किल परिस्थिति। मुठ तेरी विच कालजा बदलां विच ध्यान, बदलां दे विच तेरा ध्यान है। एवें ही है ना किसान दी जीवन, एवें ही है ना। देख लो, रख ले रब जे सोक्यों, भी जे मान लो भी रब ने एक दो मीह पाते। सोके का मतलब की है भी जिथे मीह ना पवे काफ़ी टाइम उत्थे पानी की घाट हो जाती है, उत्थे वो जमीन ते पापड़ी जी बन जाती है ना, वो कह देंगे सोका पै जाना है ना। रख ले रब जे सोक्यों तद झखड़ों सुखदा सा। भी हुण जे मान लो भी रब ने एक दो मीह पाते भी सोके तो रख लिया, हुण फसल नूं एक दो मीह बरसात पै गई तो फिर किसान की सोचता भी हुण किते मान लो भी खेत दे विच इकट्ठी कीती पई है फसल, फिर झक्खड़ ना आ जाए। झक्खड़ का मतलब की है भी हनेरी दे नाल बहुत सारा रेता उड़ के आउंदा ना, जदों झक्खड़ उहनूं कह दिंदे झक्खड़। फिर झक्खड़ों सुकदा सा, मिट्टी वाला तूफान जिन्हों कह दिंदे आ।
गड़ियों ऐहनों कुंगियों पैंदा नहीं विसा। गड़े पै जाने, गड़ेमारी हो जाती है ना कई बारी। ऐहनों ते कुंगियों, गड़े ऐहन भी गड़ियां नूं ही कहिंदे आ। जदों बहुत सारे गड़े पै जाण उहनूं कहंदे ऐहन। कुंगियों, कुंगी दा मतलब हुंदा है केसर दे रंग दी एक उल्ली लग जाती है कणक नूं। कई बारी केसर, तुसीं ना कई बारी कणकां दे विच खेत दे विच जाइओ किते, तुहानूं ना किते किते केसर दे रंग दी ना एक टिड्डी मिलूगी। वो अपना केसर दा रंग है जिहड़ा ਉਹ मतलब ਕੀ ਆ, ਉਹ ਪੱਤਿਆਂ 'ਤੇ ਕਣਕ ਦਿਆਂ 'ਤੇ मतलब ਛਿੱਟਿਆਂ 'ਤੇ ਉਹ ਉੱਲੀ ਲੱਗਦੀ ਜਾਂਦੀ ਹੈ। ਜਦੋਂ ਕਣਕ ਹਰੀ ਹੈ ਜਿਵੇਂ ਉਹਨੂੰ ਲੱਗ ਜਾਂਦੀ ਹੈ ਤਾਂ ਉਹ ਇੱਕ ਬਿਮਾਰੀ ਆ। मतलब ਇਹ ਬਿਮਾਰੀ ਦਾ ਨਾਮ ਹੈ ਕੁੰਗੀ ਪੈ ਜਾਣੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉੱਲੀ ਲੱਗ ਜਾਣੀ। ਉਹ ਉੱਲੀ ਹੈ ਜਿਹੜੀ ਉਹ ਇੱਕ मतलब ਕੇਸਰ ਰੰਗ ਦੀ ਟਿੱਡੀ ਜਿਹੀ ਹੁੰਦੀ ਹੈ, ਇੱਕ ਭਰਿੰਡ ਜਿਹਾ ਹੁੰਦਾ, ਭੂੰਡ ਜਿਹਾ, ਅਤੇ ਉਹ मतलब ਕੀ ਆ ਵੀ ਉਹ ਆਪਦਾ ਕੇਸਰ ਵਾਲਾ ਰੰਗ ਉਹ ਉੱਲੀ ਦੇ ਰੂਪ ਵਿੱਚ ਉੱਥੇ ਛੱਡਦਾ ਜਾਂਦਾ ਫਸਲ 'ਤੇ, ਅਤੇ ਉਹ ਸਾਰੀ ਫਸਲ ਨੂੰ ਤਬਾਹ ਕਰ ਦਿੰਦਾ। पैंदा नहीं विसा, इन्हां चीज़ों तो किसान भरोसा नहीं करता। इन्हां चीज़ों करके भी गड़े की तो कदों पै जाने आ, कदों गड़ियां दी ऐन आ जानी है ना, कदों फसल नूं कोई बीमारी लग जानी है। ये जिहड़ी कुंगी है ना स्पैशल कणक नूं लगदी है ज़्यादा। अच्छा, हुण इन्हां चीज़ों ते भरोसा नहीं करता। आई है ना किसानी की हालत। हुण देखो अगले पैरे दे विच की कहंदा कवि, सुख सुख लख शीरनियां पक्कण चार कसीर, तद पी सुन सुन कह बतां तैनूं आउंदी नहीं खलीर। हुण इहदे विच की होया भी बहुत सारियां सुੱਖਾਂ सुखणियां शीरनी हुंदा भी जदों ना भाजी वंडदे आ ना जो विआह शादी के मौके ते उदों ना एक लूण ते मिठे वाली एक मिठाई जी बनाई जाती है। मिठाई कई तरह की शक्करपारे भी होंदे आ, लड्डू भी होंदे आ, उन्हां दे विच इक हुंदा शीरनियां। और जिवें एक कहिंदे आ ना ओह एक कहावत भी आ भी अन्ना वंडे शीरनियां मुड़ मुड़ अपणियां नूं दे, अन्ना वंडे शीरनियां मुड़ घुड़ अपणियां नूं, ऐ भी कई बारी लिखिया हुंदा है ना। भी इहदा अर्थ तां वैसे ये बनदा इहदा अखाण दा भी लिहाज वाले नूं चीज़ देई जानी है ना। अन्ना वंडे शीरनियां मुड़ घुड़ अपणियां नूं, ते ये शीरनी है जिहड़ा ये मतलब की है भी जिहड़ी भाजी वंडी जाती है भी जदों विआह शादी हो जाता उदों एक जणे नूं किसी नूं काम ते लाया जाता भी तूं की करना भी पिंड दे विच ये खुशी का मौका सी, बच्चे का जन्म हुंदा जदों घर दे विच जां विआह का मौका हुंदा उदों स्पैशल भाजी वंडी जाती है। भाजी दे विच एक मिठाई बनाई जाती है, लूण ते मिठे वाली हुंदी है, उहनूं कहा जाता शीरनी। सुख सुख लख शीरनियां पक्कण चार कसीर, कसीर हुंदे ना वो कणक की बल्ली जां सिट्टा हुंदा, सिट्टा बल्ली नूं भी सिट्टे नूं बल्ली भी कह दिंदे आ। कणक की बल्ली जां सिट्टा हुंदा ना उहदे ओह लगे हुंदे ना तिखे जे वाल, उहनूं कह दिंदे कसीर। वो कई बारी तुसीं देखिया होना कणक कुणक वढदा होवे जिहड़ा जे वो ध्यान नाल ना वढे ते वो कसीर उहदी अख 'च भी वज जांदा है, कसीर उहनूं आपां कह दिंदे। ये है जिहड़ा कसीर। वो की इत्थे कवि की कहंदा भी सुख सुख लख शीरनियां पक्कण चार कसीर। हुण की आ भी वो शीरनियां वो जिहड़ी मिठाई है सुख सुख के बाबे दे अगे ते चार कसीर मतलब थोड़ी जी कणक है जिहड़ी वो पक गई है। तद पी सुन सुन कह बतां, कहबत हुंदी है कहावत, तद पी सुन सुन कह बतां तैनूं आउंदी नहीं खलीर। भी मतलब तेरा दिल आ जिहड़ा हे किरसान टिकाणे ते नहीं आउंदा, तू कहबत नहीं सुनी, तू एक कहावत नहीं सुनी, भला किहड़ी। हुण किरसान की करदा, हुण कहावत सुनो अगे की हो सकती है, कहावत अगे लगूगा पता। पक्की खेती देख के गर्भ करे किरसान, वाओ चखड़ो झोलिओ घर आवे तां जान। भी जदों पक्की खेती वेखदा ना भी मेरी फसल पक गई है, फिर एक किसान हंकार करता है। गर्भ का मतलब होंदा हंकार, ਉਹਦੇ मन ਦੇ ਵਿੱਚ हंकार आउंदा भी लै भी फसल अपनी पक गई है, ऐर की बल्ले बल्ले करा देनी है भी जी, ऐर की किलो च निकलने इन्ने इन्ने क्विंटल, तो ऐर की सारे कर्जे माफ़, अपने इन्ना पैसा बच जाना, अपने को इन्नी कोठी वड्डी पा लेनी है। इस तरह करके है ना इनू थोड़ा जा कहा भी गर्भ करे किरसान, वाओ चखड़ो झोलिओ घर आवे तां जान। जे इन्हां मुसीबतां चों निकल के जे तेरी फसल घरे आ जे ना, फिर तू समझी फिर तो गर्व करना बनता। हुण जे खेत फसल है जिहड़ी वो खेत खड़ी है अजे पक्की है, तू पक्की नूं वेख वेख के हंकार करी जाना, ना काका ना हो किरसाना एवें ना कर, हजे तक घरे नहीं आई, की हो सकता देखो। वाओ झक्खड़ झोले, हवा वग गई तो उड गई है ना, हवा दे नाल मींह पै गया तो गिल्ली हो गई। इस करके की है भी ये जिहड़ी फसल है जिहड़ी इहनूं सारे तरह नाल ये बचाउणा है। मौसम तो बच के जिन्ना चिर कुदरती आपदावां तो बच के जिन्ना चिर घरे नहीं आउंदी उन्ना चिर किसी गल दा हंकार ना कर। पक्की वड्डी बन लई आणी धरी खलवार,
ਖਲਵਾਰ ਹੁੰਦੀ ਹੈ। ਵੱਢ ਕੇ ਗਾਉਣ ਲਈ ਇਕੱਠੀ ਕੀਤੀ ਹੋਈ ਫਸਲ ਉਹਨੂੰ ਕਹਿੰਦੇ ਆ ਖਲਵਾਰ। ਹੁਣ ਪਕਾ ਲਈ, ਵੱਢ ਲਈ, ਬੰਨ ਲੈਂਦੀਆਂ ਨਾ ਉਹਨਾਂ ਦੀਆਂ ਪੰਡਾਂ, ਵੀ ਉਹ ਮਤਲਬ ਮਸ਼ੀਨ ਜੀ 'ਚ ਟੋਕੇ ਦੇ ਵਿੱਚ ਪਾਉਣ ਵਾਸਤੇ ਸੌਖੀਆਂ ਰਹਿੰਦੀਆਂ, ਪੰਡਾਂ ਦੀਆਂ ਇਕੱਠੀਆਂ ਕਰ ਲੈਂਦੇ ਆ। ਆਣੀ ਧਰੀ ਖਲਵਾਰ ਤਦ ਵੀ ਧੜਕੇ ਕਾਲਜਾ, ਕੋਈ ਦੁਸ਼ਮਣ ਕਰੇ ਨਾ ਵਾਰ। ਤਾਂ ਉਦੋਂ ਵੀ ਕਾਲਜਾ ਜਿਹੜਾ ਉਹ ਦਿਲ ਆ ਧੱਕ ਧੱਕ ਕਰੀ ਜਾਂਦਾ ਵੀ ਕਿਤੇ ਕੋਈ ਦੁਸ਼ਮਣ ਆਣ ਕੇ ਨਾ ਪੈ ਜੇ। ਬੱਤੀਓਂ ਦੰਦੋਂ ਜੀਭ ਨੂੰ ਜੇ ਰੱਬ ਲਏ ਬਚਾਏ, ਵੀ ਮਤਲਬ ਕੀ ਆ ਵੀ ਹੁਣ ਲੋਕ ਵਹਿੰਦੇ ਆਉਂਦੇ ਜਾਂਦੇ, ਬੱਤੀਓਂ ਦੰਦੋਂ ਜੀਭ ਨੂੰ ਦਾ ਮਤਲਬ ਕੀ ਆ ਵੀ ਲੋਕ ਆਉਂਦੇ ਜਾਂਦੇ ਖੇਤ ਵਹਿੰਦੇ ਆ ਤੇ ਕਹਿੰਦੇ ਆ ਹਾਏ ਹਾਏ ਫਲਾਣੇ ਦੇ ਇੰਨੀ ਫਸਲ ਹੋ ਗਈ। ਇਹਨੂੰ ਕਹਿੰਦੇ ਆ ਵੀ ਮਤਲਬ ਕੀ ਆ ਵੀ ਮੂੰਹ ਜਿਹੜੀ ਜੀਭ ਬੱਤੀ ਦੰਦ ਆ ਜਿਹੜੇ ਲੋਕਾਂ ਦੇ, ਇਹਨਾਂ ਤੋਂ ਜੇ ਕਿਸੇ ਨੂੰ ਬਚਾ ਲੇ, ਕਾਲੀ ਜ਼ਬਾਨ ਵਾਲਿਆਂ ਤੋਂ ਜੇ ਕੋਈ ਬਚ ਜੇ ਫਸਲ, ਜੇ ਰੱਬ ਲਏ ਬਚਾਏ। ਚਾਈ ਚਾਈ ਗਾਹ ਕੇ ਧਾੜ ਦੇਵੇ ਜਦ ਲਾਏ, ਗਾਹ ਕੇ ਮਤਲਬ ਕੀ ਹੈ ਕਿ ਦਾਣੇ ਵੱਖ ਕਰਕੇ ਜਿਹੜਾ ਫਸਲ ਦਾ ਢੇਰ ਹੋ ਗਿਆ ਉਹਨੂੰ ਧਾੜ ਦੇ ਰੂਪ ਵਿੱਚ ਲਾਤਾ। ਹੁਣ ਕਿਸਾਨ ਨੂੰ ਬੜਾ ਚਾਅ ਵੀ ਲੈ ਵੀ ਹੁਣ ਫਸਲ ਦਾ ਲੱਗ ਗਿਆ ਢੇਰ, ਤੂੜੀ ਕਰਤੀ ਅੱਡ ਤੇ ਫਸਲ ਹੈ ਜਿਹੜੀ ਕਣਕ ਹੋ ਗਈ ਅੱਡ। ਹੁਣ ਅਗਲਾ ਸੀਨ ਦੇਖੋ ਕੀ ਹੈ। ਅਜੇ ਵਸਾਏ ਨਾ ਚੁੱਕਿਓ ਲਾਗੂ ਬੈਠੇ ਆਏ, ਲਾਗੀ ਚੋਗੀ ਸੇਪੀਆਂ ਝੁਰਮਟ ਦਿੱਤਾ ਪਾਏ। ਅਜੇ ਵਸਾਏ ਨਾ ਚੁੱਕਿਓ, ਵਸਾਈ ਦਾ ਮਤਲਬ ਵਸਾ ਲੈਣਾ। ਹੁਣ ਅਜੇ ਚੁੱਕ ਕੇ ਘਰੇ ਨਹੀਂ ਵਸਾਈ, ਮਤਲਬ ਕਣਕ ਜਿਹੜੀ ਉਹ ਘਰੇ ਨਹੀਂ ਲਿਆਂਦੀ, ਚੁੱਕ ਕੇ ਲਿਆਂਦੀ ਨਹੀਂ ਗਈ। ਕੌਣ ਕੌਣ ਆ ਗਿਆ? ਲਾਗੂ ਬੈਠੇ ਆਏ। ਹੁਣ ਕਿਸਾਨਾਂ ਲਈ ਕੰਮ ਕਰਨ ਵਾਲੇ ਜਿਹੜੇ ਸੀਗੇ ਕੌਣ ਪਹਿਲਾਂ ਸਮਿਆਂ ਦੇ ਵਿੱਚ ਕਰਦੇ ਸੀਗੇ? ਤਰਖਾਣ, ਲੁਹਾਰ, ਨਾਈ, ਝੋਰ, ਘੁਮਿਆਰ, ਛੀਂਬੇ, ਇਹ ਸਾਰੇ ਕੀ ਸੀ ਵੀ ਇੱਕ ਕੰਟਰੈਕਟ 'ਤੇ ਹੁੰਦੇ ਸੀ ਕਿਸਾਨਾਂ ਦੇ ਨਾਲ। ਸਾਲ ਭਰ ਦਾ ਇਹਨਾਂ ਨੇ ਕੰਮ ਕਰਨਾ ਹੁੰਦਾ ਸੀਗਾ, ਸਾਲ ਭਰ ਕਿਸਾਨਾਂ ਦੇ ਨਾਲ। ਕਿਸਾਨ ਨੂੰ ਕਿਸੇ ਵੀ ਚੀਜ਼ ਦੀ ਲੋੜ ਪੈਣੀ ਇਹਨਾਂ ਦੇ ਕੋਲ ਜਾਣਾ ਹੁੰਦਾ ਸੀ ਕਿਸਾਨ ਨੇ, ਇਹਨਾਂ ਨਾਲ ਹੁੰਦਾ ਸੀ ਸਾਲ ਭਰ ਦਾ ਕੰਟਰੈਕਟ ਵੀ ਭਾਈ ਤੂੰ ਇੰਨਾ ਕੰਮ ਕਰਵਾ ਲਈ ਸਾਡੇ ਤੋਂ, ਬਦਲੇ ਦੇ ਵਿੱਚ ਇੰਨੇ ਕੁਇੰਟਲ ਇੰਨੇ ਕਿਲੋ ਦਾਣੇ ਸਾਡੇ ਘਰੇ ਸਿੱਟ ਜੀ। ਉਹਨੂੰ ਕਿਹਾ ਜਾਂਦਾ ਲਾਗੂ, ਜਿਨ੍ਹਾਂ ਦੇ ਨਾਲ ਮਤਲਬ ਇੱਕ ਸਮਝੌਤਾ ਕੀਤਾ ਹੋਵੇ। ਹੁਣ ਕਿਸਾਨ ਨੇ ਕੀਤਾ ਸਮਝੌਤਾ ਵੀ ਸਾਲ ਭਰ ਬਈ ਇੰਨਾ ਕੰਮ ਹੈ। ਹੁਣ ਤਰਖਾਣ ਤਾਈਂ ਕੀ ਕੰਮ ਹੈ ਵੀ ਖੇਤੀਬਾੜੀ ਵਾਲੇ ਸੰਦ ਹੈ ਜਿਹੜੇ, ਉਹਨਾਂ ਦੀ ਟੁੱਟ ਭੱਜ ਦਾ ਕੰਮ ਕੌਣ ਕਰੂਗਾ? ਉਹਨਾਂ ਨੂੰ ਰਿਪੇਅਰਿੰਗ ਕੌਣ ਕਰੂਗਾ? ਤਰਖਾਣ ਕਰੂਗਾ। ਹੁਣ ਤਰਖਾਣ ਸੇਪੀ ਦਾ ਕੰਮ ਜਦੋਂ ਕਰੂਗਾ ਤੇ ਅਗਲਾ ਪੈਸੇ ਲਊਗਾ। ਉਦੋਂ ਕੀ ਹੁੰਦਾ ਸੀ ਵੀ ਪੈਸੇ ਦੇ ਬਦਲੇ ਕੀ ਹੁੰਦਾ ਸੀ ਵੀ ਕਣਕ ਦਾ ਜ਼ਿਆਦਾ, ਅਨਾਜ ਦਾ ਜ਼ਿਆਦਾ ਮਤਲਬ ਕਰ ਲਿਆ ਜਾਂਦਾ ਸੀ ਵਪਾਰ। ਲੈਣ ਦੇਣ ਜਿਹੜਾ ਸੀ ਉਹ ਅਨਾਜ ਦੇ ਰੂਪ ਵਿੱਚ ਹੁੰਦਾ ਸੀ। ਰਹਿੰਦਾ ਹੁਣ ਕੀ ਆ? ਲਾਗੀ ਚੋਗੀ ਸੇਪੀਆਂ ਝੁਰਮਟ ਦਿੱਤਾ ਆਏ। ਹੁਣ ਲਾਗੀ ਆ ਜਿਹੜੇ, ਲਾਗੀਆਂ ਦਾ ਅਰਥ ਪਤਾ ਲੱਗ ਗਿਆ ਵੀ ਕਿਸਾਨਾਂ ਲਈ ਕੰਮ ਕਰਨ ਵਾਲੇ ਜਿਹੜੇ ਲੋਕ ਸੀ ਹੋਰ ਜਾਤਾਂ ਦੇ, ਉਹ ਲਾਗੀ ਚੋਗੀ ਚਗਾਰੇ ਜਿਹੜੇ ਚੁਗਣ ਵਾਲੇ, ਅਤੇ ਸੇਪੀ ਆ ਜਿਹੜੇ ਤਰਖਾਣ ਲੋਕ ਹੁੰਦੇ ਸੀ ਨਾ ਜਿਹੜੇ, ਉਹ ਸੇਪੀ ਦਾ ਕੰਮ ਕਰਦੇ ਹੁੰਦੇ ਸੀ। ਸੇਪੀ ਦਾ ਮਤਲਬ ਹੁੰਦਾ ਖੇਤੀਬਾੜੀ ਵਾਲੇ ਸੰਦਾਂ ਦੀ ਰਿਪੇਅਰ ਕਰਨੀ, ਉਹਨੂੰ ਕਿਹਾ ਜਾਂਦਾ ਸੇਪੀ ਦਾ ਕੰਮ ਕਰਨਾ। ਲਾਗੀ ਚੋਗੀ ਸੇਪੀਆਂ ਝੁਰਮਟ ਦਿੱਤਾ ਹੈ, ਝੁਰਮਟ ਬਣਾ ਕੇ ਆ ਗਏ ਸਮੂਹ ਦੇ ਰੂਪ ਵਿੱਚ, ਕਿਉਂਕਿ ਅਗਲਿਆਂ ਨੇ ਆਪਣਾ ਆਪਣਾ ਹਿੱਸਾ ਲੈ ਕੇ ਜਾਣਾ। ਹੁਣ ਰਹਿੰਦਾ ਬੋਹਲ ਹੁੰਝਾ ਲਿਆ ਆ ਕੇ ਲਹਿਣੇਦਾਰ, ਤੇਰੇ ਪੱਲੇ ਰਹਿ ਗਈ ਤੂੜੀ ਪੰਡਾਂ ਚਾਰ। ਤੇਰੇ ਪੱਲੇ ਕੀ ਰਹਿ ਗਿਆ? ਚਾਰ ਪੰਡਾਂ ਤੂੜੀ ਰਹਿ ਗਈ ਕਿ ਨਹੀਂ? ਰਹਿੰਦਾ ਜਿਹੜਾ ਬੋਹਲ ਸੀਗਾ ਉਹ ਕਿਹਨੇ ਮਤਲਬ ਹੁੰਝਾ ਲਿਆ? ਲਹਿਣੇਦਾਰ ਨੇ। ਲਹਿਣੇਦਾਰ ਦਾ ਮਤਲਬ ਹੈ ਸ਼ਾਹੂਕਾਰ, ਤੇ ਬੋਹਲ ਦਾ ਮਤਲਬ ਹੈ ਕਣਕ ਦਾ ਢੇਰ। ਪਿੱਛੇ ਕਿਸੇ ਦੇ ਅਰਥ ਦਿੱਤੇ ਹੋਏ ਆ, ਜਿਹਦੇ ਅਰਥ ਨਹੀਂ ਦਿੱਤੇ ਉਹ ਮੈਂ ਤੁਹਾਨੂੰ ਦੱਸਦਾ ਜਾਂਦਾ। ਨਾਲ ਦੀ ਨਾਲ ਤੁਸੀਂ ਉਹ ਗੋਲ ਰਾਊਂਡ ਕਰ ਲਿਆ ਕਰੋ ਅਤੇ ਉਹਦੇ ਨਾਲ ਹੀ ਉਹਦਾ ਅਰਥ ਲਿਖ ਦਿਆ ਕਰੋ, ਸੌਖਾ ਰਹਿੰਦਾ। ਰਹਿੰਦਾ ਬੋਹਲ ਹੁੰਝਾ ਲਿਆ ਆ ਕੇ ਲਹਿਣੇਦਾਰ, ਤੇਰੇ ਪੱਲੇ ਰਹਿ ਗਈ ਤੂੜੀ ਪੰਡਾਂ ਚਾਰ। ਹੇ ਕਿਸਾਨ ਤੇਰੇ ਪੱਲੇ ਕੀ ਰਹਿ ਗਿਆ? ਵੀ ਸਾਰਾ ਕੁਛ ਤਾਂ ਲੈ ਗਏ, ਮਤਲਬ ਕਾਸ਼ਤ ਜਿਹੜੇ ਸੀਗੇ, ਮਤਲਬ ਲਾਗੀ ਚੋਗੀ ਸੇਪੀ ਲਹਿਣੇਦਾਰ, ਇਹ ਸਾਰਾ ਕੁਛ ਆਪਦਾ ਹਿੱਸਾ ਰਹਿ ਗਏ ਜਦੋਂ, ਅਤੇ ਕਿਸਾਨ ਦੇ ਪੱਲੇ ਰਹਿ ਗਈ ਚਾਰ ਪੰਡਾਂ ਤੂੜੀ ਰਹਿ ਗਈ ਜੀ। ਹੁਣ ਕੀ ਹੋਇਆ? ਅਗਲਾ ਦ੍ਰਿਸ਼ ਦੇਖੋ ਜੀ ਕੀ ਹੈ। ਚਾਰੇ ਕੰਨੀਆਂ ਚੂਪਦਾ ਧਰ ਆਇਆ ਕਿਸਾਨ। ਚਾਰੇ ਕੰਨੀਆਂ ਚੂਪਦਾ ਘਰ ਆਇਆ ਕਿਸਾਨ, ਗੋਡਿਆਂ ਵਿੱਚ ਸਿਰ ਤੁੰਨ ਕੇ ਗੋਡੀ ਲੱਗਾ ਜਾਣ। ਚਾਰੇ ਕੰਨੀਆਂ ਚੂਪਣਾ ਇੱਕ ਮੁਹਾਵਰਾ ਹੈ। ਇਹਦਾ ਅਰਥ ਹੈ ਪਰੇਸ਼ਾਨ ਹੋਣਾ, ਖਾਲੀ ਹੱਥ ਲੁੱਟਿਆ ਪੁੱਟਿਆ ਵਾਪਸ ਆਉਣਾ। ਚਾਰੇ ਕੰਨੀਆਂ ਚੂਪਣਾ ਮਤਲਬ ਇੱਕ ਮੁਹਾਵਰਾ ਹੈ।
ਚਾਰੇ ਕੰਨੀਆਂ ਚੂਪਦਾ ਕਰ ਆਇਆ ਕਿਰਸਾਨ। ਜਦੋਂ ਮਤਲਬ ਕੀ ਆ ਕਿ ਲੁੱਟਿਆ ਪੁੱਟਿਆ ਉਹ ਕਿਰਸਾਨ ਖਾਲੀ ਹੱਥ ਜਦੋਂ ਘਰੇ ਆਇਆ, ਗੋਡਿਆਂ ਵਿੱਚ ਸਿਰ ਤੁੰਨ ਕੇ, ਗੋਡਿਆਂ ਦੇ ਵਿੱਚ ਆਪਣਾ ਸਿਰ ਦੇ ਕੇ ਗੋਡੀ ਲੱਗਾ ਜਾਣ। ਗੋਡੀ ਲੱਗਣਾ ਦਾ ਮਤਲਬ ਹੁੰਦਾ ਚਿੰਤਾ ਵਿੱਚ ਡੁੱਬ ਜਾਣਾ। ਚਿੰਤਾ ਦੇ ਵਿੱਚ ਡੁੱਬ ਗਿਆ। ਫਿਰ ਕੀ ਹੋਇਆ? ਹਾਇਓ ਰੱਬਾ ਡਾਢਿਆ। ਡਾਢਾ ਹੁੰਦਾ ਸਖਤ, ਜ਼ੋਰਾਵਰ ਜਿਹਨੂੰ ਕਹਿ ਦਿੰਦੇ ਆ, ਤਾਕਤਵਰ, ਉਹਨੂੰ ਕਹਿੰਦੇ ਡਾਢਾ। ਹਾਇਓ ਡਾਢਿਆ ਰੱਬਾ ਹਾਇਓ ਰੱਬਾ ਡਾਢਿਆ, ਕੀ ਬਣਿਆ ਮੈਂ ਨਾਲ, ਮੇਰੇ ਨਾਲ ਕੀ ਬਣਿਆ, ਇਹ ਮੇਰੇ ਨਾਲ ਕੀ ਭਾਣਾ ਵਰਤਾਤਾ ਤੂੰ। ਮਰ ਗਿਆ ਕਰਦਾ ਮਿਹਨਤਾਂ, ਓੜਕ ਭੈੜਾ ਹਾਲ। ਓੜਕ ਦਾ ਅਰਥ ਹੁੰਦਾ ਅੰਤ ਨੂੰ, ਕਿ ਮੈਂ ਤਾਂ ਇੰਨੀਆਂ ਮਿਹਨਤਾਂ ਕਰਦਾ ਮਰ ਗਿਆ ਹੈ। ਮਤਲਬ ਕੀ ਹੈ ਵੀ ਮੇਰੇ ਤਾਂ ਗੋਡੇ ਗਿੱਟੇ ਰਹਿ ਗਏ। ਤੇ ਕੀ ਹੋਇਆ? ਓੜਕ ਭੈੜਾ ਹਾਲ, ਅੰਤ ਨੂੰ ਮੇਰਾ ਹਾਲ ਭੈੜੇ ਦਾ ਭੈੜਾ ਹੀ ਰਹਿ ਗਿਆ। ਨਾ ਮੈਂ ਦਿੱਤਾ ਮਾਮਲਾ, ਨਾ ਕੋਈ ਦਿੱਤਾ ਢੋਰ। ਨਾ ਤਾਂ ਮੈਂ ਮਾਮਲਾ ਭਰ ਸਕਿਆ, ਇੱਕ ਵਿਆਜ ਜਿਹੜਾ ਹੁੰਦਾ ਵਿਆਜ, ਇੱਕ ਮਤਲਬ ਟੈਕਸ ਹੈ ਜਿਹੜਾ ਮਾਮਲਾ, ਉਹ ਮੈਂ ਨਾ ਭਰ ਸਕਿਆ। ਨਾ ਕੋਈ ਲੀਤਾ ਢੋਰ, ਨਾ ਕੋਈ ਪਸ਼ੂ ਡੰਗਰ ਖਰੀਦ ਸਕਿਆ ਮੈਂ। ਨਾ ਮੈਂ ਦਿੱਤਾ ਮਾਮਲਾ, ਨਾ ਕੋਈ ਲੀਤਾ ਢੋਰ। ਵੀ ਭੱਤਾ ਪੀ ਹੈ ਨਹੀਂ, ਲੋੜਾਂ ਕਈ ਹੋਰ। ਵੀ ਭੱਤਾ ਜਿਹੜਾ ਆਉਣ ਜਾਣ ਦਾ ਕਿਰਾਇਆ, ਜਿਹੜਾ ਕਿਰਾਇਆ ਭਾੜਾ, ਉਹਨੂੰ ਕਹਿ ਦਿੰਦੇ ਆ ਭੱਤਾ। ਵੀ ਨਾ ਤਾਂ ਮੈਨੂੰ ਕਿਤੇ ਖਰਚਣ, ਕਿਤੇ ਮਤਲਬ ਸਫ਼ਰ ਕਰਨ ਵਾਸਤੇ ਕੋਈ ਖਰਚਾ ਹੀ ਬਚਿਆ ਮੇਰੇ ਕੋਲ, ਤੇ ਨਾ ਲੋੜਾਂ ਹੋਰ ਬਥੇਰੀਆਂ ਮੇਰੀਆਂ। ਹੁਣ ਅੱਗੇ ਦੇਖੋ ਕੀ ਹੈ, ਅੰਨ ਵਰਾ ਭਰ ਖਾਣ ਨੂੰ, ਸਾਲ ਭਰ ਦੇ ਖਾਣ ਵਾਸਤੇ ਮੈਂ ਆਪਣੀ ਕੋਠੀ ਦੇ ਵਿੱਚ ਅੰਨ ਜਮ੍ਹਾਂ ਨਹੀਂ ਕਰ ਸਕਿਆ ਪੂਰੇ ਸਾਲ ਦਾ। ਟਾਕੀ ਟੱਲਾ ਨਾਲ ਤੇ ਨਾਲ ਜਿਹੜੇ ਪਹਿਨਣ ਵਾਲੇ ਕੱਪੜੇ ਆ, ਇਹ ਵੀ ਮੇਰੇ ਪੂਰੇ ਨਹੀਂ ਹੋਏ। ਕਰਜ਼ਾ ਪੀ ਕੁਝ ਰਹਿ ਗਿਆ ਮੇਰੇ ਸਿਰ ਦੇ ਉੱਪਰ, ਜ਼ਮੀਨ ਵਾਲਾ ਜਿਹੜਾ ਕਰਜ਼ਾ ਸੀ ਉਹ ਵੀ ਰਹਿ ਗਿਆ। ਸਿਰ 'ਤੇ ਖੜਾ ਸਿਆਲ, ਤੇ ਉੱਧਰੋਂ ਕੀ ਹੈ, ਸਿਆਲ ਵੀ ਆਉਣ ਵਾਲਾ। ਸਿਆਲ ਦੇ ਵਿੱਚ ਜਿਹੜਾ ਉਹ ਕਰਜ਼ਾ ਜਿਹੜਾ ਭਰਨਾ। ਹੁਣ ਅੱਗੇ ਕੀ ਹੋਇਆ? ਜੱਟੀ ਘੁਰ ਕੇ ਜੱਟ ਨੂੰ ਹੈ ਪਿਆ ਕਿੱਧਰ ਦਾ ਲੋੜ, ਖੱਟੀ ਸਾਰੇ ਸਮੇਂ ਦੀ ਕਿੱਥੇ ਆਇਓ ਰੋੜ। ਮੈਂ ਮਾਘੋਂ ਕੁੱਕਣ ਲੱਗੀ ਆ, ਕੁੜੀ ਹੋਈ ਮਟਿਆਰ, ਸਾਡੀ ਕੋਠੀ ਸੱਖਣੀ ਲੋਕੀ ਕਰਨ ਬਹਾਰ। ਹੁਣ ਕੀ ਹੋਇਆ? ਜਦੋਂ ਕਿਰਸਾਨ ਆਪਣੇ ਘਰੇ ਆਇਆ ਤੇ ਉਹਦੇ ਘਰ ਵਾਲੀ ਉਸ ਨੂੰ ਕੀ ਆ, ਤਾਨਾ ਮਾਰਦੀ ਹੈ, ਉਸ ਨੂੰ ਘੂਰਦੀ ਹੈ। ਕੁਰਕਣਾ ਮਤਲਬ ਕੀ ਹੈ ਕਿ ਮਤਲਬ ਕ੍ਰੋਧ ਚਤਾਉਣਾ, ਘੂਰਨਾ, ਘੂਰੀ ਵੱਟਣੀ। ਪਿਆ ਕਿੱਧਰ ਦਾ ਲੋੜ, ਲੋੜ ਦਾ ਮਤਲਬ ਹੁੰਦਾ ਅਨਰਥ, ਹਨੇਰ। ਵੀ ਇਹ ਕਿਹੜਾ ਅਨਰਥ ਹੋ ਗਿਆ? ਖੱਟੀ ਸਾਰੇ ਸਮੇਂ ਦੀ, ਖੱਟੀ ਹੁੰਦੀ ਹੈ ਕਮਾਈ, ਕਮਾਈ ਸੀ ਜਿਹੜੀ ਸਾਰੇ ਸਾਲ ਦੀ ਕੀਤੀ ਹੋਈ। ਕਿੱਥੇ ਆਏ ਹੋ ਰੋੜ, ਉਹ ਕਿੱਧਰ ਨੂੰ ਸਿੱਟ ਆਇਆ ਕਮਾਈ, ਕਿੱਥੇ ਰੋੜ ਕੇ ਆ ਗਏ ਹੋ। ਮੈਂ ਮਾਘੋਂ ਕੂਕਣ ਲੱਗੀ ਹਾਂ, ਮੈਂ ਮਾਘ ਦੇ ਮਹੀਨੇ ਤੋਂ ਤੈਨੂੰ ਕੂਕਣ ਮਤਲਬ ਚੀਕਾਂ ਮਾਰ ਮਾਰ ਕੇ ਕਹੀ ਜਾਂਦੀ ਹਾਂ, ਤੈਨੂੰ ਉੱਚੀ ਉੱਚੀ ਕਹਿੰਦੀ ਹਾਂ। ਮੈਂ ਕੀ ਕਹਿੰਦੀ ਹਾਂ? ਕੁੜੀ ਹੋਈ ਮੁਟਿਆਰ, ਵੀ ਘਰ ਦੇ ਵਿੱਚ ਕੁੜੀ ਹੈ ਜਿਹੜੀ ਉਹ ਵਿਆਹ ਦੇ, ਸ਼ਾਦੀ ਦੇ ਲਾਇਕ ਹੋ ਗਈ ਹੈ। ਕੁੜੀ ਸਾਡੀ, ਸਾਡੀ ਕੋਠੀ ਸੱਖਣੀ ਲੋਕੀ ਕਰਨ ਬਹਾਰ। ਸਾਡੀ ਕੋਠੀ ਹੈ ਜਿਹੜੀ ਉਹ ਸੱਖਣੀ ਮਤਲਬ ਖਾਲੀ। ਸਾਡੀ ਕੋਠੀ ਦੇ ਵਿੱਚ ਤਾਂ ਅਨਾਜ ਦਾ ਇੱਕ ਦਾਣਾ ਵੀ ਨਹੀਂ, ਤੇ ਲੋਕੀ ਆ ਜਿਹੜੇ ਉਹ ਬਹਾਰ ਕਰਦੇ ਆ, ਲੋਕੀ ਮੌਜਾਂ ਕਰਦੇ ਆ, ਲੋਕੀ ਆਨੰਦ ਮਾਣਦੇ ਆ। ਵਾਰੀ ਸੱਦ ਕੇ ਵਾਹੀਓ ਸਾਨੂੰ ਨਹੀਂ ਦਰਕਾਰ, ਸੱਦ ਕੇ ਵਾਰੀ ਨੂੰ ਵਾਹੀ ਜਾ, ਸੱਦ ਕੇ ਜ਼ਮੀਨ ਨੂੰ ਵਾਹੀ ਜਾ। ਸਾਨੂੰ ਨਹੀਂ ਦਰਕਾਰ, ਸਾਨੂੰ ਨਹੀਂ ਲੋੜ, ਦਰਕਾਰ ਹੁੰਦੀ ਹੈ ਲੋੜ। ਸਾਨੂੰ ਨਹੀਂ ਦਰਕਾਰ, ਪੱਛੀ ਲਾ ਇਸ ਭੋਏ ਨੂੰ ਜੋ ਰਹਿੰਦੀ ਮਰਲੇ ਚਾਰ। ਪੱਛੀ ਲਾ ਦਾ ਮਤਲਬ ਹੁੰਦਾ ਅੱਗ ਲਾ, ਕਿਸੇ ਪਾਸੇ ਸਿੱਟ ਇਹਨੂੰ। ਪੱਛੀ ਲਾ ਇਸ ਭੋਏ ਜ਼ਮੀਨ ਨੂੰ ਜੋ ਰਹਿੰਦੀ ਮਰਲੇ ਚਾਰ। ਮਰਲਾ ਹੁੰਦਾ ਇੱਕ ਮਤਲਬ ਮਾਪ ਹੁੰਦਾ ਜ਼ਮੀਨ ਦਾ, ਜਿਵੇਂ ਕਿੱਲਾ ਤੇ ਉਵੇਂ ਇੱਕ ਮਰਲਾ। ਮਰਲਾ ਜਿਹੜਾ ਉਹਦੇ ਵਿੱਚ ਕੀ ਆ ਵੀ 3 ਕਰਮਾਂ ਦੀ ਹੁੰਦੀ ਆ ਮਿਣਤੀ। 16.5 ਫੁੱਟ ਦੀ ਲੰਬਾਈ ਚੌੜਾਈ ਵਾਲਾ ਹੋਵੇ ਜਿਹੜਾ ਇੱਕ ਖੇਤਰ, ਇੱਕ ਖੇਤ, ਉਹਨੂੰ ਆਪਾਂ ਕਹਿ ਦਿੰਦੇ ਹਾਂ ਜੀ ਇੱਕ ਮਰਲਾ ਹੈ। ਜੋ ਰਹਿੰਦੀ ਮਰਲੇ ਚਾਰ, ਜਿਹੜੀ 4 ਮਰਲੇ ਤੇਰੇ ਕੋਲ ਰਹਿ ਗਈ ਆ ਨਾ ਜ਼ਮੀਨ, ਇਹਨੂੰ ਕਿਸੇ ਪਾਸੇ ਅੱਗ ਲਾ, ਇਹਨੂੰ ਵੇਚ ਦੇ। ਭਰਤੀ ਹੋ ਜਾ ਫੌਜ ਵਿੱਚ ਜਾਂ ਕੁਝ ਕਰ ਰੁਜ਼ਗਾਰ। ਜਾਂ ਤੇ ਫੌਜ ਵਿੱਚ ਭਰਤੀ ਹੋ ਜਾ, ਜਾਂ ਕੋਈ ਰੁਜ਼ਗਾਰ ਧੰਦਾ ਕੋਈ ਕੰਮ ਕਾਰ ਕਰ। ਜਾਂ ਨਿੱਗਰ, ਨਹੀਂ ਤਾਂ ਸ਼ਹਿਰ ਨੂੰ ਨਿੱਗਰ ਹੁੰਦਾ, ਨਿਕਲ ਜਾ, ਸ਼ਹਿਰ ਨੂੰ ਨਿਕਲ ਜਾ, ਉੱਥੇ ਲੋੜੇ ਦੀ ਹੈ ਕਾਰ, ਉੱਥੇ ਬਹੁਤ ਕਾਰ ਬਹੁਤ ਕੰਮ ਹੈ। ਹੁਣ ਅੱਗੇ ਕੀ ਹੈ? ਧਨੀ ਰਾਮ ਚਾਤਰਕ ਹੈ ਜਿਹੜਾ ਉਹ ਕਿਰਸਾਨ ਨੂੰ ਕਹਿ ਰਿਹਾ ਵੀ ਹੁਣ ਦੇਖੀ ਤੂੰ ਕੀ ਕਰਨਾ ਆਪ, ਤੂੰ ਕੀ ਨਿਰਣਾ ਲੈਣਾ। ਵੀ ਜਿਹੜੀ ਮਤਲਬ ਤੇਰੀ ਪਤਨੀ ਹੈ ਉਹ ਤੈਨੂੰ ਕਹਿ ਰਹੀ ਹੈ ਵੀ ਤੂੰ ਖੇਤੀਬਾੜੀ ਦਾ ਕੰਮ ਛੱਡ ਦੇ, ਪਰ ਤੂੰ ਕੀ ਕਰਨਾ। ਇਹ ਹੁਣ ਅੱਗੇ ਸਫ਼ਿਆਂ 'ਚ ਪੜ੍ਹਦੇ ਹਾਂ ਆਪਾਂ। ਜੱਟਾ ਵੇਖੀ ਉਕਦੋਂ ਸਿੱਖ ਸਿਖਾਇਆ ਨਾਰ, ਹੇ ਕਿਰਸਾਨ, ਹੇ ਜੱਟਾ, ਜੱਟ ਤੋਂ ਮਤਲਬ ਕਿਰਸਾਨ, ਹੇ ਕਿਰਸਾਨ ਵੇਖੀ ਕਿਤੇ ਨਾਰ ਦਾ, ਔਰਤ ਦਾ ਸਿਖਾਇਆ ਕਿਤੇ ਕੀ ਨਾ ਕਰਦੀ। ਛੱਡ ਬਹਿੰਦੋ ਮਤ ਸਹਿਮ ਕੇ ਉਤਮ ਖੇਤੀਕਾਰ।
ਐਵੇਂ ਨਾ ਹੋਵੇ ਕਿਤੇ ਡਰ ਸਹਿਮ ਕੇ, ਕਿਤੇ ਡਰ ਦੇ ਕਾਰਨ ਖੇਤੀ ਹੈ ਜਿਹੜੀ ਇਹ ਸਭ ਤੋਂ ਉੱਤਮ ਹੈ, ਸਭ ਤੋਂ ਉੱਤਮ ਧੰਦਾ ਹੈ ਖੇਤੀ। ਇਹਨੂੰ ਕਿਤੇ ਛੱਡ ਕੇ ਨਾ ਬਹਿ ਜੀ। ਇੱਕ ਦਾਣਾ ਜੇ ਫਲ ਪਏ ਦਾਣਾ ਬਣੇ ਹਜ਼ਾਰ। ਜੇ ਇੱਕ ਅਨਾਜ ਦਾ ਦਾਣਾ ਤੂੰ ਉਗਾਏਗਾ ਨਾ ਤੇ ਉਸ ਇੱਕ ਅਨਾਜ ਦੇ ਦਾਣੇ ਤੋਂ ਇੱਕ ਬੂਟਾ ਹੋਵੇਗਾ, ਉਸ ਬੂਟੇ ਨੂੰ ਹਜ਼ਾਰਾਂ ਦਾਣੇ ਲੱਗਣਗੇ। ਡੰਡੇ ਮਾਰ ਨਾ ਰੋੜ ਨੂੰ ਸੋਮਾ ਉਸ ਦਾ ਮਾਰ। ਇਹ ਜਿਹੜਾ ਮਤਲਬ ਕੀ ਹੈ ਤੇਰੀ ਬਰਕਤ ਆ, ਮਤਲਬ ਕੀ ਹੈ ਡੱਕੇ ਮਾਰ ਨਾ ਰੋੜ ਨੂੰ, ਡੱਕੇ ਮਾਰ ਨਾ ਰੋੜ ਨੂੰ ਸੋਮਾ ਉਸ ਦਾ ਮਾਰ। ਵੀ ਇਹ ਜਿਹੜੀ ਮਤਲਬ ਕੀ ਹੈ ਵੀ ਜਿਹੜੀ ਕਮਾਈ ਤੇਰੀ ਰੋੜ ਰਹੀ ਹੈ, ਜਿਹੜੀ ਤੇਰੀ ਖੱਟੀ ਕਮਾਈ ਜਿਹੜੀ ਰੋੜੀ ਜਾ ਰਹੀ ਹੈ, ਇਸ ਨੂੰ ਡੱਕੇ ਮਾਰ। ਮਤਲਬ ਕੀ ਹੈ ਡੱਕੇ ਮਾਰ ਕੇ ਦਾ ਮਤਲਬ ਕੀ ਹੈ ਵੀ ਥੋੜ੍ਹਾ ਥੋੜ੍ਹਾ ਕਰਕੇ ਇਸ ਨੂੰ ਮਤਲਬ ਖੋਰੀ ਨਾ ਜਾ। ਸੋਮਾ ਇਸ ਦਾ ਮਾਰ ਮਤਲਬ ਇਹਦਾ ਮੂਲ ਹੀ ਬੰਦ ਕਰ। ਵੀ ਇਹ ਜਿਹੜੀ ਕਮਾਈ ਹੈ ਜਿਹੜੀ ਇਹ ਕਿੱਥੇ ਨੂੰ ਰੁੜ ਰਹੀ ਹੈ, ਵੀ ਇਹ ਜਾ ਕਿੱਥੇ ਰਹੀ ਹੈ ਕਮਾਈ ਮੇਰੀ। ਹੁਣ ਅੱਗੇ ਦੱਸੂਗਾ ਕਵੀ, ਆਪ ਦੱਸੂਗਾ ਵੀ ਕਮਾਈ ਕਿੱਥੇ ਨੂੰ ਜਾ ਰਹੀ ਹੈ। ਸੁਣੋ, ਤੁਹਾਨੂੰ ਵੀ ਪਤਾ ਲੱਗੂ ਵੀ ਵਾਕਈ ਕਿਸਾਨ ਦੀ ਕਮਾਈ ਕਿੱਥੇ ਜਾਂਦੀ ਹੈ। ਇਹ ਕਵੀ ਚਾਤਰਕ ਦੱਸੂਗਾ ਆਪਾਂ ਨੂੰ। ਦੇਖੋ, ਦੁਨੀਆ ਵਸੇ ਰੰਗ ਵਿੱਚ ਤੂੰ ਕਿਉਂ ਰਹੋ ਕੰਗਾਲ। ਦੁਨੀਆ ਇੰਨੇ ਰੰਗ ਦੇ ਵਿੱਚ ਵਸਦੀ ਹੈ, ਇੰਨੀ ਅਮੀਰ ਹੋ ਕੇ ਵਸਦੀ ਹੈ, ਇੰਨੇ ਪੈਸੇ ਵਾਲੀ ਹੈ, ਤੂੰ ਕਿਉਂ ਕੰਗਾਲ ਹੈ, ਤੂੰ ਕਿਉਂ ਗਰੀਬ ਹੈ। ਹੇ ਕਿਸਾਨ, ਬਰਕਤ ਕਿੱਧਰ ਉੱਡਦੀ ਇਸ ਦੀ ਕਰ ਪੜਤਾਲ। ਬਰਕਤ ਜਿਹੜੀ ਤੇਰੀ ਕਮਾਈ ਹੈ ਉਹ ਕਿੱਧਰ ਨੂੰ ਜਾ ਰਹੀ ਹੈ, ਇਸ ਚੀਜ਼ ਦੀ ਪੜਤਾਲ ਕਰ, ਖੋਜ ਕਰ। ਅਮਰੀਕਾ ਵਿੱਚ ਜੱਟ ਹੀ ਹੋ ਰਹੇ ਮਾਲਾ ਮਾਲ। ਅਮਰੀਕਾ ਦੇ ਜੱਟ ਆ ਜਿਹੜੇ ਉਹ ਕਿੰਨਾ ਮਾਲਾ ਮਾਲ ਹੋ ਰਹੇ ਆ, ਕਿੰਨੀ ਮਤਲਬ ਸੁੱਖ ਸੁਵਿਧਾਵਾਂ ਨੇ ਉਹਨਾਂ ਨੂੰ। ਸੁਣ ਲੈ ਤੇਰੇ ਢਿੱਡ 'ਚੋਂ ਕਿਉਂ ਨਾ ਨਿਕਲੇ ਕਾਲ। ਤੇਰੇ ਢਿੱਡ 'ਚੋਂ ਮਤਲਬ ਕੀ ਹੈ ਵੀ ਤੇਰੇ ਅੰਦਰੋਂ ਗਰੀਬੀ ਕਿਉਂ ਨਹੀਂ ਨਿਕਲ ਰਹੀ, ਇਸ ਚੀਜ਼ ਦੀ ਪੜਤਾਲ ਕਰ, ਖੋਜ ਕਰ। ਅੱਗੇ ਸਲੂਸ਼ਨ, ਹੱਲ ਇਸ ਚੀਜ਼ ਦਾ ਸਲੂਸ਼ਨ ਦਿੱਤਾ ਹੋਇਆ। ਇੱਕ ਇਲਮ ਦੀ ਊਣ ਹੈ। ਇਲਮ ਕਹਿੰਦੇ ਆ ਵਿਦਿਆ ਨੂੰ। ਇੱਕ ਤਾਂ ਹੈਗੀ ਆ ਵਿਦਿਆ ਦੀ ਘਾਟ। ਪਹਿਲੀ ਕਮੀ ਕੀ ਹੈ, ਵਿਦਿਆ ਦੀ ਘਾਟ। ਇੱਕ ਇਲਮ ਦੀ ਊਣ ਹੈ ਮੁੰਡੇ ਪੜ੍ਹਨੇ ਪਾਏ। ਇੱਕ ਇਲਮ ਦੀ ਵਿਦਿਆ ਦੀ ਕਮੀ ਹੈ। ਤੂੰ ਹੇ ਕਿਸਾਨ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਵਿਦਿਆ ਪੜ੍ਹਨੇ ਦੇ ਵਿੱਚ ਪਾ। ਉਹਨਾਂ ਨੂੰ ਸਕੂਲ ਦੇ ਵਿੱਚ ਉਹਨਾਂ ਦਾ ਮਤਲਬ ਐਡਮਿਸ਼ਨ ਦੇ ਉਹਨਾਂ ਨੂੰ ਸਕੂਲ 'ਚ, ਉਹ ਸਕੂਲ ਜਾਣ ਲੱਗਣ। ਦੂਜਾ ਝੱਸ ਸ਼ਰਾਬ ਦਾ, ਇਸ ਤੋਂ ਜਾਨ ਛੁਡਾਏ। ਝੱਸ ਹੁੰਦਾ ਕਿਸੇ ਚੀਜ਼ ਦੀ ਭੈੜੀ ਆਦਤ ਪੈ ਜਾਣੀ, ਬਾਣ ਜਿਹਨੂੰ ਕਹਿ ਦਿੰਦੇ ਆ। ਦੂਜਾ ਝੱਸ ਸ਼ਰਾਬ ਦਾ। ਪਹਿਲੀ ਤਾਂ ਕੀ ਹੈ ਜਿਹੜੀ ਮਤਲਬ ਕੀ ਹੈ ਕਿ ਵਿਦਿਆ, ਇੱਕ ਸਲੂਸ਼ਨ। ਦੂਸਰਾ ਜਿਹੜਾ ਸ਼ਰਾਬ ਦਾ ਝੱਸ ਹੈ, ਜਿਹੜੀ ਤੈਨੂੰ ਸ਼ਰਾਬ ਦੀ ਮਤਲਬ ਬਾਣ ਰਹਿੰਦੀ ਹੈ ਨਾ, ਤੋੜ ਲੱਗੀ ਰਹਿੰਦੀ ਆ, ਇਸ ਤੋਂ ਆਪਣੀ ਜਾਨ ਨੂੰ ਛੁਡਾ। ਤੀਜਾ ਐਬ ਕੁਪੱਤ ਦਾ, ਖਹਿ ਖਹਿ ਮਰੋ ਭਰਾਏ। ਤੀਸਰਾ ਕੀ ਹੈ, ਭਰਾਵਾਂ ਦੀ ਆਪਸੀ ਲੜਾਈ ਹੈ ਜਿਹੜੀ, ਇਸ ਤੋਂ ਦੂਰ ਰਹੋ। ਫਿਰ ਮੁਕੱਦਮੇ ਲੜਦੇ ਆ ਝੁੱਗਾ ਉੱਜੜ ਜਾਏ। ਭਰਾ ਭਰਾ ਲੜ ਪਏ, ਫਿਰ ਆਖਰ ਨੂੰ ਕੀ ਹੁੰਦਾ, ਮਾਮਲਾ ਜਾਂਦਾ ਮੁਕੱਦਮੇ 'ਚ। ਜਦੋਂ ਗਿਆ ਮਾਮਲਾ ਕੋਰਟ ਦੇ ਵਿੱਚ, ਫਿਰ ਵਕੀਲ ਤੇ ਆ ਜਿਹੜੇ ਜੱਜ ਇਹ ਕਚਹਿਰੀ ਦੇ ਵਿੱਚ ਕੀ ਆ, ਲੁੱਟਣ ਨੂੰ ਬੈਠੇ ਆ। ਇਹ ਕਹਿੰਦੇ ਆਓ ਸਾਡੇ ਕੋਲ, ਅਸੀਂ ਤੁਹਾਨੂੰ ਲੁੱਟ ਕੇ ਕੰਗਾਲ ਕਰਕੇ ਭੇਜਾਂਗੇ। ਤੀਜਾ ਐਬ ਕੁਪੱਤ ਦਾ, ਖਹਿ ਖਹਿ ਮਰੋ ਭਰਾਏ। ਫਿਰ ਮੁਕੱਦਮੇ ਲੜਦੇ ਆ ਝੁੱਗਾ ਉੱਜੜ ਜਾਏ। ਝੁੱਗਾ ਦਾ ਮਤਲਬ ਘਰ। ਪੰਜਵਾਂ ਚਸਕਾ ਕਰਜ਼ ਦਾ, ਵਾਣ ਛੱਡੇ ਤੂੰ ਖਾਏ। ਪੰਜਵਾਂ ਭੈੜਾ ਚਸਕਾ। ਭੈੜਾ ਚਸ ਕਾਹਦਾ ਆ, ਕਰਜ਼ਾ ਲੈਣ ਦਾ। ਇੱਕ ਕਿਸਾਨ ਤੁਸੀਂ ਦੇਖ ਲਿਓ ਆਪਣੇ ਕੀ ਆ, ਆਪਣਾ ਕਈ ਵਾਰੀ ਜਿਹੜਾ ਹੁੰਦਾ ਨਾ ਗਵਾਂਢੀ ਜਾਂ ਆਪਣਾ ਸ਼ਰੀਕ ਆ ਜਿਹੜਾ, ਉਹਨੂੰ ਆਪਣੇ ਉਸ ਤੋਂ ਆਪਣੇ ਆਪ ਨੂੰ ਉੱਚਾ ਦਰਸਾਉਣ ਦਾ ਮਾਰਾ ਬਹੁਤ ਕਰਜ਼ ਚੁੱਕ ਕੇ ਕਈ ਵਾਰ ਬੱਚਿਆਂ ਦੇ ਵਿਆਹ ਕਰ ਦਿੰਦਾ, ਕਈ ਵਾਰ ਉਹੀ ਜਨਮ ਦਿਨ ਮਨਾ ਦਿੰਦੇ ਆ। ਇਸ ਕਰਕੇ ਇਹਨਾਂ ਚੀਜ਼ਾਂ ਤੋਂ ਇਹਨੂੰ ਕਿਹਾ, ਇਹਨੂੰ ਦੇਖ ਲਓ ਕਰਜ਼ਾ ਚੁੱਕ ਕੇ। ਪੰਜਵਾਂ ਚਸਕਾ ਕਰਜ਼ ਦਾ, ਬਾਣ ਛੱਡੇ ਤੂੰ ਖਾਏ। ਵਾਹੇ ਹੋਏ ਖੇਤ ਆ ਜਿਹੜੇ, ਉਹਨਾਂ ਨੂੰ ਛੱਡ ਕੇ ਤੂੰ ਉਹ ਖੇਤਾਂ ਦੇ ਉੱਪਰ ਕਰਜ਼ਾ ਲੈ ਕੇ ਖਾ ਰਿਹਾ ਬੈਠਾ, ਇਹ ਗਲਤ ਹੈ ਤੇਰੇ ਵਾਸਤੇ। ਪੰਜੇ ਭੈੜੀਆਂ ਵਾਦੀਆਂ। ਵਾਦੀ ਹੁੰਦੀ ਆ ਆਦਤ ਜਾਂ ਸੁਭਾਅ। ਇਹ ਪੰਜੇ ਜਿਹੜੀਆਂ ਇਹ ਭੈੜੀਆਂ ਵਾਦੀਆਂ ਨੇ, ਪੰਜੇ ਆਦਤਾਂ ਨੂੰ ਤੁਸੀਂ ਦੁਬਾਰੇ ਦੇਖ ਲਿਓ ਕਿਹੜੀਆਂ। ਇੱਕ ਵਿਦਿਆ, ਇੱਕ ਸ਼ਰਾਬ ਦਿੱਤੀ ਹੈ, ਇੱਕ ਮਤਲਬ ਕੀ ਹੈ ਕਿ ਤੀਜਾ ਐਬ ਕੁਪੱਤ ਦਾ, ਤੀਜਾ ਮਤਲਬ ਕਿਸੇ ਦਾ ਮਤਲਬ ਭੈੜਾ ਪੁੱਤ ਨਾ ਪੈਦਾ ਹੋ ਜੇ। ਫਿਰ ਮੁਕੱਦਮਿਆਂ ਦੀ ਗੱਲ ਆ ਗਈ। ਪੰਜਵਾਂ ਚਸਕਾ ਜਿਹੜਾ ਇਹ ਕਰਜ਼ ਵਾਲਾ। ਪੰਜ ਹੋ ਗਏ ਨਾ, ਪੰਜ ਭੈੜੀਆਂ ਆਦਤਾਂ। ਪੰਜੇ ਭੈੜੀਆਂ ਵਾਦੀਆਂ, ਬਰਕਤ ਖੜਨ ਉਡਾਏ। ਇਹ ਜਿਹੜੀ ਤੇਰੀ ਬਰਕਤ ਹੈ, ਇਹ ਚੀਜ਼ਾਂ, ਇਹ ਪੰਜ ਭੈੜੀਆਂ ਆਦਤਾਂ ਉਡਾ ਰਹੀਆਂ ਨੇ। ਜੇ ਪੰਜਾਂ ਦੇ ਪੰਜਿਓਂ ਪਾ ਜਾਵੇਂ ਛੁਟਕਾਰ, ਫੇਰ ਜੇ ਪੂਰੀ ਨਾ ਪਏ ਤਦ ਚਾਤਰਕ ਜ਼ਿੰਮੇਵਾਰ। ਕਵੀ ਚਾਤਰਕ ਕਹਿੰਦਾ ਇਹ ਪੰਜਾਂ ਦੇ ਪੰਜ ਜਿਹੜੇ ਭੈੜੀਆਂ ਆਦਤਾਂ ਨੇ, ਇਹਨਾਂ ਤੋਂ ਤੂੰ ਛੁਟਕਾਰਾ ਪਾ ਲੈ। ਜੇ ਫਿਰ ਵੀ ਤੇਰੀ ਪੂਰੀ ਨਾ ਪਵੇ, ਜੇ ਫਿਰ ਵੀ ਤੇਰੇ ਘਰ ਦੇ ਵਿੱਚੋਂ ਗਰੀਬੀ ਨਾ ਨਿਕਲੇ, ਫਿਰ ਉਸ ਚੀਜ਼ ਦਾ ਕਵੀ ਕਹਿੰਦਾ ਵੀ ਮੈਂ ਆਪ ਜ਼ਿੰਮੇਵਾਰ ਹੋਊਂਗਾ। ਇਹ ਅਸੀਂ ਸਾਡੀ ਕਵਿਤਾ
गरीब किसान। हुण आपां अगली कविता पढ़ते हैं, इंसानिस्तान। हाँ जी, कविता आपां पढ़नी है इंसानिस्तान। इंसानिस्तान, इंसानिस्तान का शाब्दिक अर्थ बनता है नेक इंसानां दा देश। हुण कविता सुन लो, कविता छोटी है, पहला वाचन कर लेने। उठ साकी एक हंबड़ा मार, नवा नशा कोई कर त्यार, चढ़ जावे सुरती आसमान, दिसण लग पए नवा जहान। नवा बगीचा नवी बहार, नवी ज़मीन नवी जवानी, नवा निखार, नवी ज़मीन नवा आसमान, सचमुच दा इंसानिस्तान। हिंदू मोमन सिख ईसाई सारे जापण भाई भाई, दस्तकार किरती किरसान, सांझी रोटी वंड के खाण। भुख नंग चिंता बेकारी, हट जाए धड़के दी बीमारी, घुल मिल जावण धर्म ईमान, सचमुच दा इंसानिस्तान। हुण देखो जी, इंसानिस्तान का शाब्दिक अर्थ है नेक इंसानां दा देश। हुण इस कविता दे विच की है, ये कविता धनी राम चातरक की लिखी हुई है। कवि इस कविता दे विच ये वर्तमान आले दुआले तो असंतुष्ट है। ये कहता भी ये वर्तमान आले दुआले वाले लोग है जिहड़े, ये नहीं होने चाहिए। एक नवी दुनिया होनी चाहिए है जिहदा नाम है इंसानिस्तान। जिस दुनिया दे विच सारे लोग नेक दिल वाले नेक सुभाव वाले होने चाहिए ने, उन्होंने क्या है कवि ने इंसानिस्तान। कवि की कल्पना दे विच एक देश है, सच्ची तो नहीं इस तरह का हो सकता ना। दोनों तरह के लोग ने, एक बदी वाले एक नेकी वाले। दुनिया के उपर दोनों तरह के लोग वसते हैं, चंगे भी वसते हैं भैड़े भी वसते हैं। इस तरह कदे नहीं हो सकता भी दुनिया के उपर सारे लोग चंगे हो जान, ना जी ना, ये कदे नहीं हो सकता। चंगे ते माड़े दोनों एक सिक्के के दो पहलू ने, इस करके दोनों एक सिक्का होवे उहदे दो पासे है, दोने बराबर नाल नाल रहणगे। कवि की कहता है, उठ साकी एक हंबड़ा मार। साकी हुंदा है अपना मशूक प्यारा महबूब, उन्होंने कह देंगे है साकी। एक होर अर्थ है साकी का, वो साकी साकी रे। एक होर अर्थ साकी का जिन्होंने कह देंगे शराब पियाउण वाला साकी। उठ साकी एक हंबड़ा मार। हुण इत्थे साकी साकी है जिहड़ा जिहड़ा शराब पियाउण वाला है, नशा जिहड़ा कराउण वाला है, उन्होंने कहा गया उठ साकी एक हंबड़ा मार। हंबड़ा हुंदा कोशिश करनी, यतन करनी। भी हे साकी एक कोई कोशिश कर, एक यतन कर, कोई नवा नशा कोई कर तैयार। एक नवा नशा कर तैयार कर जिहदे विच की होवे चढ़ जावे सुरती आसमान। जदों कोई नशा करदा ना उदों उहदी सुरत है जिहड़ी आसमान के उपर चढ़ जाती है। तुसीं वेख्या होना कोई होर ही गल्लां करन लग जाता है ना। जिवें किसी नूं भंग पिया दो तो आपदा ही हसी जाता कई बारी, जां कई बारी रोई जाता, होर ही गल्लां करी जाता। शराबी है जिहड़ा वो भी मतलब अपने मतलब एक वक्खरी अपनी दुनिया दे विच हो जाता जिहड़ा बाहली शराब पी लैंदा। सो ये नशे के वक्-वक् तरीके नाल जिहड़ा कोई नशा करदा वो हर एक बंदे दे उपर उहदा अलग-अलग प्रभाव है। हुण इत्थे कवि की कहंदा भी चढ़ जावे सुरती आसमान, भी वो नशा जिहड़ा तू तैयार कर एवें दा जिन्हों करदियां सारी मेरी जिहड़ी सुरत है वो आसमान के उपर चढ़ जावे ते की होवे दिसण लग पए नवा जहान। एक नवा जहान एक नवी दुनिया मैनू दिसे जिते की होवे नवा बगीचा नवी बहार। नवा ही बगीचा होवे ते उहदे विच नवी बहार आई होवे, नवी जवानी होवे ते नवा निखार भाव नवा उजाला आया होवे, नवी ज़मीन होवे नवा आसमान होवे। सचमुच दा इंसानिस्तान, सच्ची मुच्ची दा नेक इंसानां दा ओह देश होवे। उन्होंने की क्या कवि ने इंसानिस्तान। होर उत्थे की होवे देखो, हिंदू मोमन सिख ईसाई। हिंदू मुसलमान सिख ते ईसाई ये सारे उस दुनिया दे विच सारे भरा भरा बन के रहिंदे होण उस इंसानिस्तान दे विच। दस्तकार किरती किरसान। दस्तकार होंदे हत्थां दा काम करने वाले जिहड़े दस्तकार, किरती किरत करने वाले किरस करने वाले, किरसान मतलब जिहड़े अपने किरसानी करने वाले खेती करने वाले, सांझी रोटी वंड के खाण। ये सारे मतलब की है कि सारे रोटी नूं अनाज नूं सारे वंड के खाण, सांझी रोटी खाण। भुख नंग चिंता बेकारी
ਭੁੱਖ ਤੋਂ, ਨੰਗ ਤੋਂ, ਚਿੰਤਾ ਤੋਂ ਅਤੇ ਬੇਕਾਰੀ ਮਤਲਬ ਬੇਰੁਜ਼ਗਾਰੀ, ਬੇਰੁਜ਼ਗਾਰੀ ਤੋਂ, ਇਹਨਾਂ ਚੀਜ਼ਾਂ ਤੋਂ। ਤੇ ਇੱਕ ਹੋਰ ਕੀ ਹੈ, ਹਟ ਜਾਏ ਧੜਕੇ ਦੀ ਬਿਮਾਰੀ। ਧੜਕਾ ਕਹਿੰਦੇ ਆ ਡਰ ਨੂੰ, ਚਿੰਤਾ ਨੂੰ। ਇਹ ਜਿਹੜੀਆਂ ਚਿੰਤਾ, ਡਰ, ਜਿਹੜੀ ਭੁੱਖ ਹੈ, ਜਿਹੜੀ ਨੰਗ ਹੈ, ਇਹ ਚਿੰਤਾ ਹੈ ਜਿਹੜੀ, ਹੈ ਨਾ। ਭੁੱਖ ਨੰਗ ਮਤਲਬ ਕਈਆਂ ਦੇ ਤੇ ਬਦਨ 'ਤੇ ਕੱਪੜੇ ਨਹੀਂ ਹੁੰਦੇ, ਹੈ ਨਾ, ਗਰੀਬੀ ਨਹੀਂ ਆ ਜਾਂਦੀ ਹੈ। ਚਿੰਤਾ, ਬੇਕਾਰੀ, ਬੇਰੁਜ਼ਗਾਰੀ, ਇਹ ਸਾਰੀਆਂ ਚੀਜ਼ਾਂ ਉਸ ਦੁਨੀਆ ਦੇ ਵਿੱਚ ਜਿਹੜੀ ਦੁਨੀਆ ਮੈਂ ਚਾਹੁੰਦਾ, ਕਵੀ ਕਹਿੰਦਾ ਵੀ ਮੈਂ ਨਸ਼ਾ ਕਰਨ ਤੋਂ ਬਾਅਦ ਉਸ ਦੁਨੀਆ 'ਤੇ ਚੱਲ ਜਾ ਜਿਹੜੀ ਦੁਨੀਆ ਦੇ ਉੱਪਰ ਇਸ ਤਰ੍ਹਾਂ ਦੀਆਂ ਚੀਜ਼ਾਂ ਨਾ ਹੋਣ। ਭੁੱਖ ਨੰਗ ਨਾ ਹੋਵੇ, ਚਿੰਤਾ ਨਾ ਹੋਵੇ ਕਿਸੇ ਚੀਜ਼ ਦੀ, ਬੇਰੁਜ਼ਗਾਰੀ ਨਾ ਹੋਵੇ। ਘੁਲ ਮਿਲ ਜਾਵਣ ਧਰਮ ਇਮਾਨ, ਸੱਚਮੁੱਚ ਦਾ ਇਨਸਾਨ ਸਥਾਨ। ਜਿੱਥੇ ਸਾਰੇ ਧਰਮ ਇਮਾਨ ਘੁਲ ਮਿਲ ਕੇ ਪਿਆਰ ਨਾਲ ਮਿਲ ਜੁਲ ਕੇ ਰਹਿਣ, ਇਸ ਤਰ੍ਹਾਂ ਦਾ ਸੱਚਮੁੱਚ ਦਾ ਇੱਕ ਇਨਸਾਨ ਸਥਾਨ ਹੋਵੇ। ਇਨਸਾਨ ਸਥਾਨ ਦਾ ਸ਼ਾਬਦਿਕ ਅਰਥ ਬਣਦਾ ਹੈ ਨੇਕ ਇਨਸਾਨਾਂ ਦਾ ਦੇਸ਼। ਪ੍ਰਸ਼ਨਾਂ ਤੇ ਉੱਤਰ, ਪ੍ਰਸ਼ਨਾਂ ਦੀ ਗੱਲ ਕਰ ਲਓ। ਪ੍ਰਸ਼ਨ ਤੁਸੀਂ ਕਰ ਹੀ ਲੈਣੇ ਆ ਵੈਸੇ, ਮੈਨੂੰ ਪਤਾ ਹੈ, ਪਰ ਫਿਰ ਵੀ ਦੇਖਦੇ ਹਾਂ। ਕਾਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ। ਵਿਆਖਿਆ ਤੁਸੀਂ ਕਰ ਲੈਣੀ, ਹੁਸ਼ਿਆਰ ਹੈਗੇ ਤੁਸੀਂ ਪੂਰੇ। ਗਰੀਬ ਕਿਸਾਨ ਕਵਿਤਾ ਦਾ ਸਾਰ ਆਪਣੇ ਸ਼ਬਦਾਂ ਦੇ ਵਿੱਚ ਲਿਖੋ ਜੀ, ਲਿਖ ਦਿਓ। ਇਨਸਾਨ ਸਥਾਨ ਕਵਿਤਾ ਸਾਨੂੰ ਕੀ ਸੰਦੇਸ਼ ਪ੍ਰਦਾਨ ਕਰਦੀ ਹੈ ਵੀ ਸਾਨੂੰ ਸਾਰਿਆਂ ਨੂੰ, ਸਾਰੇ ਧਰਮਾਂ ਵਾਲਿਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਅਤੇ ਮਤਲਬ ਕਿ ਰੋਟੀ ਹੈ ਜਿਹੜੀ, ਅਨਾਜ ਹੈ ਜਿਹੜਾ, ਉਹ ਸਾਨੂੰ ਵੰਡ ਕੇ ਛਕਣ ਵਾਲਾ ਜਿਹੜਾ ਸਿਧਾਂਤ ਹੈ ਉਹ ਦੁਨੀਆ ਦੇ ਉੱਪਰ ਲਾਗੂ ਹੋਣਾ ਚਾਹੀਦਾ। ਗਰੀਬ ਕਿਸਾਨ ਕਵਿਤਾ ਵਿੱਚ ਕਿਹੜੀਆਂ 5 ਭੈੜੀਆਂ ਆਦਤਾਂ ਛੱਡਣ ਬਾਰੇ ਕਹਿੰਦਾ ਹੈ ਅਤੇ ਕਿਉਂ ਕਹਿੰਦਾ ਹੈ? ਕਿਉਂਕਿ ਇਹ ਚੀਜ਼ਾਂ 5 ਭੈੜੀਆਂ ਆਦਤਾਂ ਜਿਹੜੀਆਂ ਹੈ ਹੀ ਤਾਂ ਕਰਜ਼ੇ ਥੱਲੇ ਦਿੰਦੀਆਂ, ਅਤੇ ਫਿਰ ਕਿਸਾਨ ਹੈ ਜਿਹੜਾ ਉਹ ਆਪਣੀ ਕਿਸਾਨੀ ਛੱਡਣ ਨੂੰ ਮਜਬੂਰ ਹੁੰਦਾ ਹੈ। 5 ਭੈੜੀਆਂ ਆਦਤਾਂ ਤੁਹਾਨੂੰ ਗਿਣਾਈਆਂ ਸੀਗੀਆਂ, ਉਹ ਫਿਰ ਦੁਬਾਰੇ ਤੁਸੀਂ ਯਾਦ ਕਰ ਲੈਣੀਆਂ ਹੈ। ਜਲਦੀ ਮਿਲਾਂਗੇ ਅਗਲੀ ਜਮਾਤ ਦੇ ਵਿੱਚ। ਸਤਿ ਸ੍ਰੀ ਅਕਾਲ, ਰੱਬ ਰਾਖਾ।